साडा पिता परमात्मा प्रभु, क्योंकि एक पिता एकस के हम बार, वो साडा पिता भी यही चाहता है कि मेरे बच्चे हंस, तू हंसता रहेगा तो मैं पूरी जान लगा दूं कि तेरे जीवन च कभी दुख रोना आवे ही ना, तू जो मंगेगा तेनू मिलेगा, बस तू खुश रह। पर बंदा की है, बंदा सोचता शायद रो के रब ने ज्यादा देखना है। बोलो समझते हो कि नहीं, मैं रोऊंगा तो फिर रब ने सुननी है, नहीं, ਇੱਥੇ ਉਲਟਾ ਹੈ। ਕਿਉਂਕਿ ਅਸੀਂ ਤਾਂ ਦੇਖਿਆ ਹੈ, ਜਾਣਿਆ ਨੂੰ ਉਹ ਆਨੰਦ ਨੂੰ, ਕਿ ਜਿੰਨਾ ਅਸੀਂ ਆਨੰਦਿਤ ਹੁੰਦੇ ਨਾ ਉਨੀ ਜਲਦੀ ਸਾਡੀ ਤੇ ਰਹਿਮਤ ਹੁੰਦੀ ਹੈ, ਜਿੰਨਾ ਅਸੀਂ ਖੁਸ਼ ਹੁੰਦੇ ਆ ਉਨੀ ਜਲਦੀ ਰੱਬ ਸਾਡੀ ਸੁਣਦਾ ਹੈ, ਔਰ ਜਿੰਨਾ ਅਸੀਂ ਦੁਖੀ ਹੁੰਦੇ ਆ ਉਨਾ ਅਸੀਂ ਰੱਬ ਤੋਂ ਦੂਰ ਹੋ ਜਾਂਦੇ। ਕਿਉਂ? ਕਿਉਂਕਿ ਦੁੱਖ ਦਾ ਮਤਲਬ ਹੀ ਹੈ ਕਿ ਅਸੀਂ ਆਪਣੇ ਰੱਬ ਤੋਂ ਦੂਰ ਬੈਠੇ ਹਾਂ, ਔਰ ਆਨੰਦ ਦਾ ਮਤਲਬ ਹੈ ਅਸੀਂ ਆਪਣੇ ਰੱਬ ਦੇ ਬਹੁਤ ਨੇੜੇ ਆ। ਔਰ ਜਿਹੜਾ ਜਿੰਨਾ ਆਨੰਦਿਤ ਹੁੰਦਾ ਨਾ, ਖੁਸ਼ ਰਹਿੰਦਾ ਹੈ, ਉਨਾ ਹੀ ਰੱਬ ਦੇ ਨੇੜੇ ਤੋਂ ਉਹਦੀ ਪੂਰੀ ਵੀ ਉਨੀ ਜਲਦੀ ਹੁੰਦੀ ਹੈ, ਉਹਨੂੰ ਮਿਲਦਾ ਵੀ ਉਨੀ ਜਲਦੀ ਹੈ। ਤੇ ਜਿਹੜਾ ਦੁਖੀ ਹੈ ਹਰ ਵੇਲੇ ਹਾਏ ਹਾਏ ਰੋਂਦਾ ਹੀ ਹੈ, ਉਹ ਰੱਬ ਤੋਂ ਬਹੁਤ ਦੂਰ ਹੈ। ਔਰ ਜਿਹੜਾ ਬਹੁਤ ਦੂਰ ਹੋਵੇ ਉਹਦੀ ਆਵਾਜ਼ ਵੀ ਫਿਰ ਮੁਸ਼ਕਿਲ ਹੀ ਪਹੁੰਚਦੀ ਹੈ ਉੱਥੇ। ਇਸ ਲਈ ਤੁਸੀਂ ਹੱਸ ਕੇ ਮੁਸਕਰਾ ਕੇ ਆਪਣੇ ਰੱਬ ਦੇ ਨੇੜੇ ਹੋ ਸਕਦੇ ਹੋ, ਤਾਂ ਦੁਖੀ ਹੋ ਕੇ ਹਰ ਵੇਲੇ ਹਾਏ ਹਾਏ ਕਰਕੇ ਚਿੰਤਾ ਕਰਕੇ ਆਪਣੇ ਰੱਬ ਤੋਂ, ਇਸ ਲਈ ਤੁਸੀਂ ਚਾਹੁੰਦੇ ਹੋ ਰੱਬ ਤੁਹਾਡੀ ਜਲਦੀ ਸੁਣੇ, ਫਿਰ ਮੁਸਕਰਾਣਾ ਸ਼ੁਰੂ ਕਰੋ, ਹੱਸਣਾ ਸ਼ੁਰੂ ਕਰੋ। ਉਹਨੇ ਮਜ਼ਾਕ ਦੀ ਗੱਲ ਨਹੀਂ ਕਰ ਰਹੇ ਅਸੀਂ, ਦੇਖਿਆ ਹੈ ਆਪਣੇ ਜੀਵਨ ਦੇ ਅਨੁਭਵ ਤੋਂ। ਤਾਂ ਹੀ ਤਾਂ ਜਿਨ੍ਹਾਂ ਨੇ ਰੱਬ ਨੂੰ ਪਾ ਲਿਆ ਨਾ, ਉਹਨਾਂ ਨੂੰ ਤੁਸੀਂ ਤੱਤੀਆਂ ਤਵੀਆਂ ਤੇ ਬਿਠਾ ਦਿਓ, ਹੱਥਾਂ 'ਚ ਕਿੱਲ ਵੀ ਠੋਕ ਦਿਓ, ਫਿਰ ਵੀ ਕਦੀ ਹਾਏ ਹਾਏ ਨਹੀਂ ਕਰਦੇ, ਉਹ ਫਿਰ ਵੀ ਕਹਿੰਦੇ ਐ ਤੇਰਾ ਭਾਣਾ, ਉਹ ਫਿਰ ਆਨੰਦ ਵਿੱਚ ਹੈ। ਇਹਦਾ ਮਤਲਬ ਇੰਨੇ ਨੇੜੇ ਹੈ ਕਿ ਦੁਨੀਆ ਦੁੱਖ ਦੇਣ ਦੀ ਵੀ ਕੋਸ਼ਿਸ਼ ਕਰਦੀ ਹੋ ਤਾਂ ਵੀ ਦੁਖੀ ਹੁੰਦੇ ਨਹੀਂ ਹੈ। ਤੇ ਇੱਕ ਪਾਸੇ ਦੂਜਾ ਬੰਦਾ ਹੈ ਕਿ ਮਾੜਾ ਜਿਹਾ ਕੋਈ ਦੇਖ ਵੀ ਲਵੇ ਰੋਣਾ ਸ਼ੁਰੂ ਕਰ ਦੋ, ਉਹ ਮੇਰੇ ਨਾਲ ਭੈੜੀ ਨਜ਼ਰ ਨਾਲ ਦੇਖਦਾ ਤਾਂ ਮੈਂ ਰੋਂਦਾ ਹੈ। ਉਹ ਤੂੰ ਰੱਬ ਤੋਂ ਬਹੁਤ ਦੂਰ ਬੈਠਾ ਕਿ ਕੋਈ ਦੇਖ ਵੀ ਲਵੇ ਤਾਂ ਵੀ ਤੂੰ ਦੁਖੀ ਹੋ ਕੇ ਰੋਣ ਲੱਗ ਪੈਂਦਾ ਆ, ਫਿਰ ਤੂੰ ਰੱਬ ਦੀਆਂ ਰਹਿਮਤਾਂ ਤੱਕ ਕਿੱਦਾਂ ਪਹੁੰਚੇਗਾ? ਤੇਰੀ ਜ਼ਿੰਦਗੀ ਤਾਂ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਕੋਈ ਤੈਨੂੰ ਗਾਲੀ ਵੀ ਦੇ ਦੇਵੇ ਨਾ ਤਾਂ ਵੀ ਖੁਸ਼ ਹੋ ਕਿ ਤੇਰੀ ਗਾਲੀ ਮੇਰੀ ਮੰਜ਼ਿਲ ਤੱਕ ਪਹੁੰਚ ਸਕਦੀ ਨਹੀਂ, ਕਿਉਂਕਿ ਤੇਰੀ ਗਾਲੀ ਬਹੁਤ ਥੱਲੇ ਤੇ ਮੈਂ ਬਹੁਤ ਉੱਚੀ ਜਗ੍ਹਾ ਬੈਠਾ ਹਾਂ। ਸਮਝਦੇ ਹੋ ਕਿ ਨਹੀਂ? ਕਿਉਂਕਿ ਆਪਣੀ ਸੋਚ ਵਿੱਚ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਬਿਠਾਇਆ ਕਿੱਥੇ ਹੈ। ਜੇ ਕਿਸੇ ਦੇ ਮਾੜੀ ਮਾੜੀ ਗੱਲ ਤੋਂ ਅਸੀਂ ਦੁਖੀ ਹੋ ਕੇ ਰੋਣਾ ਸ਼ੁਰੂ ਕਰ ਦਿੰਦੇ, ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਬਹੁਤ ਥੱਲੇ ਬਿਠਾਇਆ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੰਦਾ ਜ਼ਮੀਨ ਤੇ ਬੈਠਾ ਹੈ, ਕੋਈ ਥੁੱਕੇ ਉਹਦੇ ਉੱਪਰ ਗਿਰੇਗਾ, ਪਰ ਉਹੀ ਬੰਦਾ ਚਵਾਰੇ ਤੇ ਖੜਾ, ਕੋਈ ਥੁੱਕੇ ਕਿੱਥੇ ਜਾਏਗਾ? ਉਹ ਤੱਕ ਨਹੀਂ ਪਹੁੰਚੇਗਾ, ਉਹਦੇ ਆਪਣੇ ਮੂੰਹ ਤੇ ਗਿਰੇਗਾ। ਇਸ ਲਈ ਤੁਸੀਂ ਦੇਖਣਾ ਕਿ ਮੈਂਟਲੀ ਤੌਰ ਤੇ ਆਪਣੇ ਆਪ ਨੂੰ ਮੈਂ ਨੀਵੀਂ ਜਗ੍ਹਾ ਬਿਠਾਇਆ ਕਿ ਕੋਈ ਮਾੜੀ ਜਿਹੀ ਗੱਲ ਕਵੇ ਮੇਰੇ ਤੇ ਅਸਰ ਹੋ ਜਾਂਦਾ ਹੈ, ਜਾਂ ਉਹ ਜਿੰਨਾ ਮਰਜ਼ੀ ਬੋਲੀ ਜਾਵੇ, ਮੈਂ ਆਪਣੀ ਸੋਚ ਨੂੰ ਆਪਣੀ ਸੁਰਤੀ ਨੂੰ ਇੰਨੀ ਉਚਾਈ ਤੇ ਰੱਖਿਆ ਕਿ ਉਹਦੀਆਂ ਬੁਰੀਆਂ ਗੱਲਾਂ ਮੇਰੇ ਤੱਕ ਪਹੁੰਚ ਸਕਦੀਆਂ ਹੀ ਨਹੀਂ। ਚਲੋ ਪਹਿਲਾਂ ਤਾਂ ਬਿਠਾਈਏ ਆਪਣੇ ਆਪ ਉੱਪਰ, ਚੱਕੋ ਆਪਣੇ ਆਪ ਨੂੰ ਏਦਾਂ ਫੜੋ, ਐਕਟੀਵਿਟੀ ਇੱਥੇ ਬਹਿ ਗਿਆ, ਮੈਂ ਬਹਿ ਗਿਆ ਕਿ ਨਹੀਂ? ਅੱਜ ਤੋਂ ਕਿਸੇ ਗੱਲ ਦਾ ਮੇਰੇ ਤੇ ਕੋਈ ਅਸਰ, ਮੈਂ ਸਦਾ ਖੁਸ਼ ਰਹਿਣਾ ਹੈ, ਕਿਉਂਕਿ ਮੈਨੂੰ ਜ਼ਿੰਦਗੀ ਮੇਰੇ ਮਾਲਿਕ ਨੇ ਖੁਸ਼ੀਆਂ ਵਾਸਤੇ ਦਿੱਤੀ ਹੈ। ਤਾਂ ਲੋਕਾਂ ਵੱਲ ਦੇਖ ਕੇ ਮੈਂ ਦੁਖੀ ਕਿਉਂ ਹੋਈ ਜਾਵਾਂ? ਉਹ ਆਪਣੇ ਮਾਲਿਕ ਵੱਲ ਦੇਖਾਂ ਕਿ ਦੁਨੀਆ ਮੇਰਾ ਸਾਥ ਦੇਵੇ ਨਾ ਦੇਵੇ, ਪਰ ਮੇਰਾ ਮਾਲਿਕ ਹਮੇਸ਼ਾ ਮੇਰੇ, ਤਾਂ ਫਿਰ ਮੈਂ ਪਰਵਾਹ ਕੀ ਕਰਨੀ, ਫਿਰ ਮੈਂ ਫਿਕਰ ਕੀ ਕਰਨੀ, ਫਿਰ ਮੈਂ ਚਿੰਤਾ ਕੀ ਕਰਨੀ, ਟੈਨਸ਼ਨ ਕੀ ਲੈਣੀ? ਫਿਰ ਜਦ ਮੇਰੀ ਸੰਭਾਲ ਕਰਨ ਵਾਲਾ ਮੇਰੇ ਨਾਲ ਹੈ, ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰੇ ਨਾਲ ਹੈ, ਮੈਨੂੰ ਜ਼ਿੰਦਗੀ ਦੇਣ ਵਾਲਾ ਮੇਰੇ ਨਾਲ ਹੈ। ਹੁਣ ਜਰਾ ਸੋਚੋ, ਹਵਾ ਕਿਹਦੀ ਹੈ ਜਿਹਦੇ ਨਾਲ ਅਸੀਂ ਸਵਾਸ ਲੈ ਰਹੇ ਹਾਂ? ਉਹ ਮਾਲਿਕ ਦੀ, ਰੱਬ ਦੀ, ਪਰਮਾਤਮਾ ਪ੍ਰਭੂ ਦੀ ਹੈ ਨਾ। ਕਿਉਂਕਿ ਫਿਰ ਕਹਿ ਦੇਵਾਂਗੇ ਕਿ ਜਦੋਂ ਇਹ ਕਹਿੰਦੇ ਨਾ ਪਰਮਾਤਮਾ ਪ੍ਰਭੂ, ਇਹਦੇ ਚ ਸਾਰਾ ਕੁਝ ਹੀ ਆ ਜਾਂਦਾ ਹੈ। ਮਾਲਿਕ ਵਾਹਿਗੁਰੂ ਅੱਲਾਹ ਰਾਮ ਈਸ਼ਵਰ ਇੱਕੋ ਹੀ ਹੈ, ਉਹ ਸਭ ਦਾ ਮਾਲਿਕ। ਇਸ ਲਈ ਜੋ ਹਵਾ 'ਚ ਅਸੀਂ ਸਵਾਸ ਲੈ ਰਹੇ ਹਾਂ ਕਿਹਦੀ ਹੈ? ਉਸ ਮਾਲਿਕ ਦੀ। ਜਿਸ ਸੂਰਜ ਦੀ ਰੋਸ਼ਨੀ ਤੋਂ ਅਸੀਂ ਇੰਨਾ ਕੁਝ ਆਨੰਦ ਲੈਂਦੇ ਆ, ਫਾਇਦਾ ਲੈਂਦੇ ਆ, ਇਹ ਕਿਹਦੀ ਹੈ? ਉਸ ਮਾਲਿਕ ਦੀ। ਇਹ ਸਾਡਾ ਦਿਲ ਧੜਕ ਰਿਹਾ ਤਾਂ ਕਿਹਦੀ ਰਹਿਮਤ ਨਾਲ ਧੜਕ ਰਿਹਾ ਹੈ? ਉਸ ਦੀ ਮਾਲਿਕ ਦੀ ਰਹਿਮਤ ਨਾਲ। ਉਹ ਜ਼ਿੰਦਗੀ ਜੀ ਰਹੇ ਆ, ਜ਼ਿੰਦਗੀ ਚੱਲ ਰਹੀ ਹੈ ਤਾਂ ਕਿਹਦੀ ਰਹਿਮਤ ਹੈ? ਉਸ ਮਾਲਿਕ ਦੀ। ਤਾਂ ਜੇ ਸਭ ਕੁਝ ਹੀ ਉਸ ਮਾਲਿਕ ਦਾ ਹੈ ਔਰ ਉਹ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਹੋਰ ਕਿਸੇ ਦੀ ਕੀ ਪਰਵਾਹ, ਹੋਰ ਕਿਸੇ ਦੀ ਕੀ ਚਿੰਤਾ? ਫਿਰ ਟੈਨਸ਼ਨ ਲੈਣ ਦੀ ਲੋੜ ਕੀ? ਉਹ ਮੇਰਾ ਸਾਥ ਨਹੀਂ ਦਿੰਦਾ, ਉਹ ਮੇਰਾ ਸਾਥ ਨਹੀਂ ਦਿੰਦਾ। ਉਹ ਦੁਨੀਆ ਸਾਥ ਦੇਵੇ ਨਾ ਦੇਵੇ, ਜਿਸ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਮੈਨੂੰ ਵਿਸ਼ਵਾਸ ਹੈ ਉਹ ਮੇਰੇ, ਹੋਰ ਕੀ ਚਾਹੀਦਾ ਫਿਰ ਸਾਨੂੰ? ਹੁਣ ਜਿਹੜਾ ਸੋਚੇ ਹਾਏ ਮੇਰੀ ਆ ਨਹੀਂ ਪੁੱਛਦਾ, ਮੈਨੂੰ ਉਹ ਨਹੀਂ ਪੁੱਛਦਾ, ਉਹ ਬੰਦਾ ਸਦਾ ਦੁਖੀ ਰਹੇਗਾ। ਤਾਂ ਜਿਹੜਾ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾ ਲੈਂਦਾ ਨਾ ਕਿ ਮੈਂ ਕਮਜ਼ੋਰ ਨਹੀਂ ਹਾਂ ਜਿਹੜਾ ਦੂਜਿਆਂ ਦੇ ਸਹਾਰੇ ਚਲਾ, ਉਹ ਮੈਨੂੰ ਇੱਕੋ ਹੀ ਸਹਾਰਾ ਕਾਫੀ ਹੈ ਮੇਰੇ ਮਾਲਿਕ ਦਾ। ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਪੂਰੀ ਦੁਨੀਆ ਜਿੱਤਣ ਦੀ ਤਾਕਤ ਮੈਂ ਰੱਖਦਾ ਹਾਂ, ਮੈਨੂੰ ਪਰਵਾਹ ਨਹੀਂ ਕੋਈ। ਇਹ ਹੈ ਜ਼ਿੰਦਗੀ। ਉਹ ਸ਼ੇਰ ਬਣ ਕੇ ਜੀਓ ਮਾਲਿਕ ਦੇ, ਕਿਉਂਕਿ ਕੋਈ ਬਾਪ ਕਦੀ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਕਮਜ਼ੋਰ ਬਣ ਕੇ ਜੀਣ। ਇਸ ਲਈ ਫਿਰ ਕਹਾਂਗੇ, ਕਈ ਕਹਿੰਦੇ ਨਾ ਮਾਲਕੋ ਅਸੀਂ ਤੁਹਾਡੇ ਬੱਚੇ ਆ, ਕੋਈ ਕਹਿੰਦੇ ਬਸ ਕਰ ਬਾਪ, ਬੱਚੇ ਬਣ ਕੇ ਨਹੀਂ ਰੱਖਣਾ, ਅਸੀਂ ਤੁਹਾਨੂੰ ਬੱਚੇ ਬਣਾ ਕੇ ਨਹੀਂ ਰੱਖਣਾ ਚਾਹੁੰਦੇ। ਬੱਚੇ ਨੂੰ ਬੰਦਾ ਕਿੱਦਾਂ ਰੱਖਦਾ ਹੈ? ਆ ਜਾ ਪੁੱਤ ਬਹਿ ਜਾ, ਕੀ ਚਾਹੀਦਾ? ਚਾਕਲੇਟ ਚਾਹੀਦੀ, ਟੌਫੀ ਚਾਹੀਦੀ, ਕੀ ਚਾਹੀਦਾ ਤੈਨੂੰ? ਬਹਿ ਜਾ, ਕਿਤੇ ਮੇਰੇ ਪੁੱਤ ਨੂੰ ਤੱਤੀ ਹਵਾ ਨਾ ਲੱਗੇ। ਉਹ ਨਹੀਂ, ਮਜ਼ਾ ਨਹੀਂ ਆਉਂਦਾ। ਅਸੀਂ ਤੁਹਾਨੂੰ ਬੱਚੇ ਬਣਾ ਕੇ ਨਹੀਂ ਰੱਖਣਾ ਚਾਹੁੰਦੇ,
ਤੇ ਕੀ ਬਣਾਉਣਾ ਚਾਹੁੰਦੇ ਹੋ ਤੁਹਾਨੂੰ? ਅਸੀਂ ਤੁਹਾਨੂੰ ਬੱਚੇ ਨਹੀਂ, ਅਸੀਂ ਤੁਹਾਨੂੰ ਵੀਰ ਯੋਧਾ ਬਣਾਉਣਾ ਚਾਹੁੰਦੇ ਹਾਂ ਕਿ ਮਾਲਕ ਦੇ ਬੱਚੇ ਵੀਰ ਯੋਧਾ ਬਣ ਕਿ ਹਰ ਮੁਸ਼ਕਿਲ, ਹਰ ਪਰੇਸ਼ਾਨੀ, ਹਰ ਤਕਲੀਫ ਦਾ ਸਾਹਮਣਾ ਛਾਤੀ ਠੋਕ ਕੇ ਕਰਨਗੇ। ਆ ਜਾ, ਸਾਡਾ ਮਾਲਿਕ ਸਾਡੇ ਨਾਲ। ਉਹ ਯੋਧਾ ਬਣ ਕੇ ਜੀਓ। ਔਰ ਯੋਧੇ ਦਾ ਮਤਲਬ ਇਹ ਵੀ ਨਹੀਂ ਕਿ ਦੁਨੀਆ ਨਾਲ ਲੜਦੇ ਫਿਰੀਏ। ਯੋਧਾ ਦਾ ਮਤਲਬ ਹੈ ਕਿ ਹਰ ਮੁਸ਼ਕਿਲ ਨਾਲ ਲੜਨ ਨੂੰ ਅਸੀਂ, ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਅਸੀਂ, ਹਰ ਬਿਮਾਰੀ ਨੂੰ ਮਿਟਾਉਣ ਨੂੰ ਅਸੀਂ, ਹਰ ਤਰ੍ਹਾਂ ਦੀ ਪ੍ਰੋਬਲਮ ਪਰੇਸ਼ਾਨੀ ਨੂੰ ਹਰਾਉਣ ਨੂੰ ਅਸੀਂ। ਕਿਉਂ? ਕਿਉਂਕਿ ਅਸੀਂ ਮਾਲਕ ਦੇ ਯੋਧਾ ਹਾਂ, ਵੀਰ ਯੋਧਾ। ਪਰ ਬੰਦਾ ਕੀ ਹੈ? ਮੈਂ ਤਾਂ ਜੀ ਬੱਚਾ ਹਾਂ। ਬੱਚੇ ਤਾਂ ਡਰਦੇ ਰਹਿੰਦੇ ਚੂਹੇ ਤੋਂ ਵੀ, ਬੱਚੇ ਤਾਂ ਡਰਦੇ ਰਹਿੰਦੇ ਛਿਪਕਲੀ ਤੋਂ ਵੀ। ਉਹ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਜ਼ਿੰਦਗੀ ਡਰ ਡਰ ਕੇ ਗੁਜ਼ਰੇ, ਕਿ ਮਾੜੀਆਂ ਮਾੜੀਆਂ ਪ੍ਰੋਬਲਮਾਂ ਪਰੇਸ਼ਾਨੀਆਂ ਤੋਂ ਡਰ ਕੇ ਤੁਸੀਂ ਰੋਣਾ ਸ਼ੁਰੂ ਕਰ ਦਿਓ। ਅਸੀਂ ਤੁਹਾਨੂੰ ਵਾਕਈ ਉਹ ਵੀਰ ਯੋਧਾ ਬਣਾਉਣਾ ਚਾਹੁੰਦੇ ਹਾਂ ਕਿ ਦੁਨੀਆ ਦਾ ਬੜੇ ਤੋਂ ਬੜਾ ਦੁੱਖ ਪਰੇਸ਼ਾਨੀ ਵੀ ਤੁਹਾਡੇ ਸਾਹਮਣੇ ਆਵੇ, ਤੁਹਾਨੂੰ ਪਰਵਾਹ ਹੀ ਕੋਈ ਨਾ ਹੋਵੇ, ਹੈ ਹੀ ਕੁਝ ਨਹੀਂ। ਉਹ ਦੇਖ ਲਵਾਂਗੇ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ। ਹੁਣ ਦੇਖੋ, ਹਰ ਰੋਜ਼ ਸਤਸੰਗ ਹੋਣ ਕਰਕੇ ਨਾ ਜੋਸ਼ ਇੰਨਾ ਹੈ, ਗਲਾ ਵੀ ਬੈਠਾ ਹੈ, ਪਰ ਫਿਰ ਵੀ ਅਸੀਂ ਪਰਵਾਹ ਨਹੀਂ ਕਰਦੇ। ਇਹ ਤੂੰ ਬਿਸ਼ੱਕ ਬਹਿ ਜਾ, ਸਾਡਾ ਜੋਸ਼ ਨਹੀਂ ਕਦੀ ਬਹਿ ਸਕਦਾ। ਸਮਝਦੇ ਹੋ ਕਿ ਨਹੀਂ? ਔਰ ਇਦਾਂ ਦੇ ਤੁਹਾਨੂੰ ਚਾਹੁੰਦੇ ਆ ਅਸੀਂ। ਇਹ ਤਾਂ ਕਈ ਵਾਰ ਦੇਖਿਆ, ਅੱਜ ਮੇਰਾ ਗਲਾ ਬੈਠਾ, ਅੱਜ ਮੇਰੇ ਤੋਂ ਗੱਲ ਨਹੀਂ ਹੋਣੀ, ਬਹਾਨੇ ਲੱਭਦੇ ਰਹਿੰਦੇ ਆ। ਪਰ ਜਿਹਨਾਂ ਅੰਦਰ એનર્ਜੀ ਫੁੱਲ ਹੋਵੇ ਨਾ, ਉਹ ਪਤਾ ਕੀ ਕਰਦੇ ਆ? ਉਹ ਕੱਲੇ ਗਲਾ ਚਾਹੇ ਬੈਠਾ ਹੋਵੇ, ਚਾਹੇ ਕੁਝ ਵੀ ਹੋਵੇ, ਉਹ ਮਾਲਿਕ ਦੀ ਰਹਿਮਤ ਹਮੇਸ਼ਾ ਖੜੀ ਹੈ ਤਾਂ ਉਹਨੇ ਖੜੀ ਰਹਿਣਾ, ਉਹ ਰਹਿਮਤ ਬਣਦਾ ਹੀ ਰਹਿਣਾ ਸਦਾ, ਕੋਈ ਕਮੀ ਆਣ ਨਹੀਂ ਦੇਣੀ ਕਦੀ ਵੀ। ਸੋ ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ ਵਧਾਓ। ਕੀ ਬਣਨਾ ਤੁਸੀਂ? ਵੀਰ ਯੋਧਾ ਕਿਹਨੂੰ ਕਹਿੰਦੇ ਆ? ਪਹਿਲਾਂ ਪੁੱਛ ਲਈਏ, ਕਿਉਂਕਿ ਤੁਹਾਡੀਆਂ ਨਜ਼ਰਾਂ ਯੋਧਾ ਕਹਿੰਦੇ ਕਿਹਨੂੰ ਆ? ਹੋ ਸਕਦਾ ਤੁਹਾਡੀਆਂ ਨਜ਼ਰਾਂ ਯੋਧਾ ਹੋਵੇ ਗੁਆਂਢੀਆਂ ਨਾਲ ਲੜਨ ਵਾਲਾ। ਉੱਠ ਕੇ ਤੁਰੋ, ਡੰਡਾ ਲੈ ਕੇ ਲੜਨਾ ਗੁਆਂਢੀ ਨਾਲ। ਵੀਰ ਯੋਧਾ ਮਾਲਕਾਂ ਦੇ, ਜਿਵੇਂ ਅਸੀਂ ਲੜਨਾ 10 ਬੰਦਿਆਂ ਨਾਲ, 4 ਬੰਦਿਆਂ ਨਾਲ, ਉਹ ਯੋਧਾ ਦੀ ਗੱਲ ਨਹੀਂ ਕਰ ਰਹੇ ਅਸੀਂ ਤੁਹਾਨੂੰ ਅੰਦਰੋਂ ਮਾਨਸਿਕ ਤੌਰ ਤੇ, ਮੈਂਟਲੀ ਤੌਰ ਤੇ ਯੋਧਾ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਮੁਸ਼ਕਿਲ ਆਵੇ, ਕੋਈ ਪ੍ਰੋਬਲਮ ਆਵੇ, ਕੋਈ ਪਰੇਸ਼ਾਨੀ ਆਵੇ ਤਾਂ ਤੁਸੀਂ ਇਦਾਂ ਦੇ ਯੋਧਾ ਬਣੋ ਕਿ ਹਰ ਪਰੇਸ਼ਾਨੀ ਦੇ ਸਾਹਮਣੇ ਸੀਨਾ ਤਾਣ ਕੇ ਖੜ ਜਾਓ ਕਿ ਅਸੀਂ ਡਰਨ ਵਾਲੇ ਨਹੀਂ ਆ, ਅਸੀਂ ਇਹਨਾਂ ਪਰੇਸ਼ਾਨੀਆਂ ਨੂੰ ਡਰਾਉਣ ਵਾਲੇ ਆ, ਅਸੀਂ ਮਿਟਣ ਵਾਲੇ ਨਹੀਂ ਆ, ਅਸੀਂ ਇਹਨਾਂ ਪਰੇਸ਼ਾਨੀਆਂ ਨੂੰ ਮਿਟਾਉਣ ਵਾਲੇ ਆ। ਉਹ ਅਸੀਂ ਦੁੱਖਾਂ ਨੂੰ ਦੇਖ ਕੇ ਦੌੜਨ ਵਾਲੇ ਨਹੀਂ ਆ, ਅਸੀਂ ਇਹਨਾਂ ਪਰੇਸ਼ਾਨੀਆਂ ਨੂੰ ਦੌੜਾਉਣ ਵਾਲੇ ਆ, ਕਿਉਂਕਿ ਅਸੀਂ ਮਾਲਕ ਦੇ ਯੋਧਾ ਆ। ਇਸ ਲਈ ਅੱਜ ਤੋਂ ਬੱਚੇ ਕਹਿਣਾ ਬੰਦ ਕਰੋ ਆਪਣੇ ਆਪ ਨੂੰ, ਮਾਲਕਾਂ ਦੇ ਬੱਚੇ। ਬਥੇਰਾ ਬੱਚੇ ਬਣ ਕੇ ਰਹਿ ਲਿਆ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਕਦੋਂ ਤੱਕ ਬੱਚੇ ਬਣੇ ਰਹੋਗੇ? ਹੁਣ ਵਕਤ ਆ ਗਿਆ ਹੈ ਆਪਣੀ ਸੋਚ ਨੂੰ ਬੜਾ ਕਰੀਏ, ਆਪਣੀ ਸੋਚ ਨੂੰ ਵੀਰਾਂ ਵਾਲੀ ਬਣਾਈਏ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਸਟਰੋਂਗ ਬਣੋ, ਯੋਧਾ ਬਣੋ ਔਰ ਕਹਿ ਦਿਓ ਦੁਨੀਆ ਨੂੰ ਕਿ ਮੈਂ ਕਿਸੇ ਹਾਲਾਤ ਤੋਂ, ਕਿਸੇ ਮੁਸ਼ਕਿਲ ਤੋਂ ਨਹੀਂ ਡਰਦਾ, ਕਿਉਂਕਿ ਮੈਂ ਹਰ ਮੁਸ਼ਕਿਲ ਦਾ, ਹਰ ਹਾਲਾਤ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ, ਕਿਉਂਕਿ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਇਸ ਲਈ ਅੱਜ ਤੋਂ ਛੱਡਿਆ ਕਿ ਨਹੀਂ? ਸੋਚ ਬਦਲੀ ਕਿ ਨਹੀਂ? ਹੁਣ ਬੱਚੇ ਹੋਏ ਯੋਧਾ ਹੋ। ਚਲੋ ਦੇਖਦੇ, ਚੈੱਕ ਕਰਦੇ ਆ ਤੁਹਾਨੂੰ। ਫਿਰ ਹੁਣ ਜੀਵਨ 'ਚ ਕੋਈ ਮੁਸ਼ਕਿਲ ਆਵੇ ਤਾਂ ਰੋਣਾ ਨਹੀਂ, ਕਿਉਂਕਿ ਯੋਧਾ ਦਾ ਕੰਮ ਰੋਣਾ ਨਹੀਂ ਹੁੰਦਾ। ਯੋਧਾ ਦਾ ਕੰਮ ਚਿੰਤਾ ਕਰਨੀ ਨਹੀਂ ਹੁੰਦੀ। ਯੋਧਾ ਦਾ ਕੰਮ ਇਹ ਨਹੀਂ ਹੁੰਦਾ ਹਾਏ ਉਹ ਦੁੱਖਾਂ ਦੀ ਸੈਨਾ ਆ ਰਹੀ ਹੈ ਤਾਂ ਮੈਂ ਡਰ ਕੇ ਕਿਤੇ ਬਹਿ ਜਾਵਾਂ। ਬੋਲੋ, ਸਮਝਦੇ ਹੋ ਕਿ ਨਹੀਂ? ਬਲਕਿ ਯੋਧਾ ਦਾ ਮਤਲਬ ਹੁੰਦਾ ਆ ਰਿਹਾ ਦੁੱਖ, ਮੈਂ ਆਪਣੀ ਤਿਆਰੀ ਕਰਾਂ, ਆਪਣੇ ਅਸਤਰ ਸ਼ਸਤਰ ਸੰਭਾਲਾਂ, ਆਪਣੇ ਆਪ ਨੂੰ ਰੈਡੀ ਕਰਾਂ ਤਾਂ ਕਿ ਮੈਂ ਇਹ ਜੰਗ ਲੜ ਕੇ ਜਿੱਤਾਂ ਔਰ ਆਪਣੀ ਮੰਜ਼ਿਲ ਨੂੰ ਪਾਵਾਂ। ਬੋਲੋ, ਸਮਝ ਆ ਰਹੀ ਕਿ ਨਹੀਂ? ਇਸੇ ਤਰ੍ਹਾਂ ਤੁਹਾਡੇ ਜੀਵਨ 'ਚ ਕੋਈ ਪ੍ਰੋਬਲਮ ਆਵੇ। ਹੁਣ ਕਈ ਵਾਰ ਬੰਦਾ ਰਿਪੋਰਟ ਕਰਦਾ ਹੈ, ਡਾਕਟਰ ਕਹਿੰਦਾ ਲੈ ਵੀ ਤੈਨੂੰ ਆ ਬਿਮਾਰੀ ਹੈ, ਹਾਏ ਮਰ ਗਿਆ, ਬਿਮਾਰੀ ਹੈ, ਰੋਣਾ ਸ਼ੁਰੂ ਕਰ ਦਿੰਦੇ, ਮੇਰਾ ਕੀ ਬਣੂਗਾ। ਉਹ ਡਾਕਟਰ ਨੇ ਦੱਸ ਦਿੱਤਾ ਇਹ ਬਿਮਾਰੀ ਹੈ, ਤਾਂ ਹੁਣ ਯੋਧਾ ਬਣ ਕੇ ਮੈਂ ਇਹਦਾ ਮੁਕਾਬਲਾ ਕਰਨਾ ਹੈ ਕਿ ਇਹ ਬਿਮਾਰੀ ਮੇਰਾ ਕੁਝ ਵਿਗਾੜ ਨਹੀਂ ਸਕਦੀ, ਕਿਉਂਕਿ ਮੇਰੇ ਸਿਰ ਤੇ ਬਹੁਤ ਬੜੀ ਤਾਕਤ ਮੇਰੇ ਮਾਲਿਕ ਦਾ ਹੱਥ ਹੈ। ਔਰ ਜਿਸ ਦੇ ਸਿਰ ਤੇ ਮਾਲਿਕ ਦਾ ਹੱਥ ਹੋਵੇ ਉਹਦੀ ਨਾ ਕਦੀ ਹਾਰ ਹੋਈ ਹੈ ਤੇ ਨਾ ਹੀ ਕਦੀ ਹਾਰ ਹੋ ਸਕਦੀ ਹੈ। ਇਹ ਵਿਸ਼ਵਾਸ ਰੱਖੋ। ਬਿਮਾਰੀਆਂ ਤੋਂ ਕੀ ਡਰਨਾ, ਹਾਲਾਤਾਂ ਤੋਂ ਕੀ ਡਰਨਾ? ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਬੋਲੋ, ਸਮਝਦੇ ਹੋ ਕਿ ਨਹੀਂ? ਅੱਜ ਗਰਮੀ ਹੈ ਤਾਂ ਸਰਦੀ ਵੀ ਇੱਕ ਟਾਈਮ ਹੈ। ਬੰਦਾ ਕਹਿੰਦਾ ਏਸੀ ਲਾ ਦਿਓ ਏਸੀ, ਪਰ ਇੱਕ ਟਾਈਮ ਕਹਿੰਦਾ ਏਸੀ ਬੰਦ ਕਰੋ, ਹੀਟਰ ਲਾ ਦਿਓ। ਬੋਲੋ, ਸਮਝਦੇ ਹੋ ਕਿ ਨਹੀਂ? ਇੱਕ ਟਾਈਮ ਹੁੰਦਾ ਬੰਦਾ ਕਹਿੰਦਾ ਪਸੀਨਾ ਹੀ ਬੜਾ ਚੋ ਰਿਹਾ, ਗਰਮੀ ਬੜੀ ਹੈ, ਇੱਕ ਬੰਦਾ ਕਹਿੰਦਾ ਮੋਟਾ ਹੈ, ਕੰਬਲ ਦੇ ਦਿਓ, ਠੰਡੀ ਬੜੀ ਲੱਗਦੀ ਹੈ। ਸੋ ਹਾਲਾਤ ਸਦਾ, ਹੁਣ ਜਿਹੜਾ ਹਾਲਾਤਾਂ ਨੂੰ ਦੇਖ ਕੇ ਡਰ ਗਿਆ, ਹੁਣ ਫਰਜ਼ ਕਰੋ ਇੱਕ ਬੰਦਾ ਗਰਮੀ ਨੂੰ ਦੇਖ ਕੇ ਮੈਂ ਮਰ ਜਾਣਾ, ਮੈਂ ਕੋਈ ਖੁਦਕੁਸ਼ੀ ਕਰ ਲੈਣੀ, ਮੈਂ ਆਤਮ ਹੱਤਿਆ ਕਰ ਲੈਣੀ ਹੈ ਕਿਉਂਕਿ ਗਰਮੀ ਬਹੁਤ ਹੈ। ਉਹਨੇ ਕਹਿਣਾ ਭਾਈ ਥੋੜਾ ਸਬਰ ਕਰ, ਸਰਦੀ ਵੀ ਆਉਣ ਵਾਲੀ ਹੈ, ਕਿਉਂਕਿ ਜੇ ਤੂੰ ਇਹ ਗਰਮੀ ਨੂੰ ਦੇਖ ਕੇ ਜਾਨ ਦੇ ਦਿੱਤੀ ਤਾਂ ਸਰਦੀ ਦਾ ਆਨੰਦ ਕਿੱਦਾਂ ਲਏਗਾ। ਇसी तरह आज जीवन च मुश्किल है तो जिदा ਅਸੀਂ हमेशा कहीदा है कि आज मुश्किल है तो क्या हुआ, एक दिन सब सही होगा, भरोसा रखो अपने मालिक पर, फिर तुम जो चाहते हो वही होगा। कि अपने मालिक पे भरोसा रखो,
आज अगर मुश्किल भी है तो डरना की, चिंता की करनी। समझ आ रही कि नहीं? इसलिए एक कहांगे अपने अंदर ने गल नोट कर लेनी तुसे कि ये मत देखो कि तुम आज क्या हो, ये मत देखो कि तुम आज क्या हो, बल्कि ये सोचो तुम कल को क्या हो सकते हो। समझ दियो कि नहीं? यदि एक मिसाल दसना चाहांगे, मिसाल दसना चाहांगे कि ਅਸੀਂ ਦੁਬਈ ਗਏ, ਉੱਥੇ ਸਾਡਾ ਸਤਸੰਗ ਸੀ ਤੇ ਜੀਵਨ ਨਾਲ ਮੁਲਾਕਾਤ ਹੋਈ ਤਾਂ ਦੋ ਨੌਜਵਾਨ ਇੱਕੋ ਹੀ ਕੰਪਨੀ 'ਚ ਕੰਮ ਕਰਦੇ ਆ, ਇੱਕੋ ਹੀ ਕੰਪਨੀ 'ਚ ਦੋ ਨੌਜਵਾਨ ਕੰਮ ਕਰਦੇ ਆ। ਜਦੋਂ ਸਤਸੰਗ 'ਚ ਆ ਕੇ ਬੈਠੇ ਉਹ ਤਾਂ ਉਸ ਤੋਂ ਬਾਅਦ ਦੇਖਿਆ ਕਿ ਇੱਕ ਬੜਾ ਨਾ ਦੁਖੀ ਜਿਹਾ ਹੈ ਤੇ ਇੱਕ ਬੈਠਾ ਬੈਠਾ ਸਮਾਈਲ ਕਰ ਰਿਹਾ, ਹੱਸ ਰਿਹਾ ਹੈ। जरा समझना, इको ही कंपनी, इको ही जॉब, इको ही तनख्वाह, इको ही खाना, पर एक दुखी है और दूजा सत्संग बैठा मुस्कुरा रहा है। जे तुम कई इसलिए देखो हस रहे हैं तो कई थोड़ा दुखी है, मूड च बैठे। समझते हो कि नहीं? हुण जदों सत्संग तो बाद उन्होंने कहा मालको बेनती करनी है कि करो, एक ने कहा मालको मैं बड़ा दुखी हाँ, मैं काम नहीं करना चाहता। जो दुखी सी उन्हें की कहा मैं काम नहीं करना चाहता, मैं बड़ा दुखी हाँ। ठीक है, होया की प्रॉब्लम की है? कहता जी कंपनी च मैनू 1200 दराम तनख्वाह मिलती है, समझ लो इंडिया का 20-22 हज़ार। समझते हो कि नहीं? अंदाजा जिहा वो चो खाण पीण का लंघ जाता है, और दूसरा खाना इत्थे इक्को ही मिलता, कभी दाल चावल कभी दाल रोटी, खाना भी अच्छा नहीं है। सो मारा काम भी बड़ा औखा लेंदे है। सो मेरा काम करन दिल नहीं करता, दिल करता घर चला जावां, मैं बड़ा दुखी हाँ। इसलिए रहमत करो कि मैनू ना किते ये छुट्टी मिल जाए, मैं घर जावां। यानी उन्हें ये मंगिया, दसिया आ कंपनी है, इन्नी की तनख्वाह है, तो इदा का खाना देंगे तो काम भी जोरदा है, मैं बड़ा दुखी हाँ। ठीक है कोई नहीं, तेरी इच्छा के मुताबिक रहमत कर देंगे हैं। फिर दूजे ने पूछा तू दस, कहता मालको मैं भी ये रूम च रहिंदा हाँ, क्योंकि उन्हें भी कहा कि रूम बड़ा तंग है, 10-12 जने एक रूम च रहिंदे हैं, असीं बड़ी परेशानी है। तो दूजे ने पूछा ही कि हाँ भी तू, कहता मालको मैं भी ये नाल ही हाँ, मैं भी ये नाल ही हाँ। कहता पहला मैं भी दुखी हुंदा सी, पर जदों दा तुहाडा यूट्यूब ते सत्संग सुनना शुरू किया मेरी जिंदगी बदल गई। हुण असीं उहनूं पुछिआ बदलिया की, तो वो दसदा अपनी स्टोरी। कहता पहला मैं भी मालको इहदे नाल ही कमरे च रहिंदा, इहदा बैड इत्थे तो मेरा इत्थे है, क्योंकि उत्थे इदां बैड हुंदे थल्ले उपर 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 इक्को ही कमरे जिद्दां एडजस्ट कीते हुंदे। वो कहता मालको मैं भी इहदे नाल ही हाँ। पहला मैं भी बड़ा दुखी सी कि पैसे घट है, कमरा तंग है, खाना भी स्वाद नहीं है, काम भी जोरदा है, मेहनत ज़्यादा है, पैसा थोड़ा है। मेरा भी दिल करता सी, पर एक दिन यूट्यूब ते तुहाडा सत्संग सुनिया, मालको सत्संग सुन के कहते इन्नी हिम्मत मिली ना, इन्ना हौसला मिलिया, हुण मैं सदा खुश रहंदा हाँ। एक हुण खुशी का राज की है? कहता राज ये है कि हुण मैं ये नहीं देखदा कि अज मेरी तनख्वाह 1200 है, हुण मैं ये नहीं देखदा कि अज दाल चावल या दाल रोटी मिलती है, हुण मैं ये नहीं देखदा कि अज मेरा कमरा छोटा है, निक्का जिहा बैड है, हुण मैं ये नहीं देखदा कि काम सख्त है, बल्कि हुण मैं ये देखदा तुहाडे सत्संग चों मैनूं हिम्मत मिली है कि अज बेशक 1200 तनख्वाह है, मैं मेहनत करनी है, कल नूं 2000 होएगी। अज बेशक कमरा छोटा है, पर मैं मेहनत करनी है कि कल्ला ही कमरा लाऊंगा। अज बेशक काम हार्ड है, मैं अपने आप को काम तो भी ज्यादा मजबूत बनाना कि काम मेरे वास्ते आसान हो जाए। अज मैनूं ये चिंता नहीं कि मेरे को थोड़ा है, पर मैनूं यकीन है जे मेरा मालिक मेरे नाल है, एक दिन कंपनी का फोरमैन बनूं। जरा गौर करना, और वाकई ये पिछले साल की गल है, हुण जरा समझना। और इस बार वह फोन आया कि मैं फोरमैन बन भी गया। और जो पहला सी वो कित्थे है? वो अपने घर बैठा है, वो अपने घर आ गया, क्योंकि उन्हें मंगिया ही उस हिसाब नाल सी घर जावां। हुण जिंदगी उही हुंदी है, हालात उही हुंदे। एक बंदा देख सकता है और मेरी ना थाली च दाल चावल ही है, हुण ओनू देख के दुखी हो जाएगा। एक कहेगा कोई गल नहीं, अज दाल चावल है, जे मेरा मालिक मेरे नाल है, एक टाइम आएगा कि 36 प्रकार के पकवान होणगे। अज बेशक मेरी तनख्वाह 1200 है, पर मेरा मालिक जे मेरे नाल इन्नी मेहनत करनी कि एक दिन 12,000 होएगी। अज बेशक मेरा कमरा छोटा, एक दिन फोरमैन बन गया, कल्ले कमरे च कल्ला ही रहूंगा। क्योंकि आने वाले समय च की हो सकता है, जिहड़ा वो चीज़ बारे सोचता है, विश्वास रखता, तो एक दिन उत्थे पहुंच भी जाता है। जिद्दां तुसीं सोचो इत्थे बैठे बैठे कि अज मैं पंडाल च बैठा हाँ, एक दिन मैं मालिक के दरबार च पहुंचना है, उत्थे सत्संग सुनना है, तो जे सोच लिया तो एक दिन पहुंच भी जाओगे कि नहीं? क्योंकि जैसी ही सोच होंगी है, एक दिन बंदे ने उत्थे पहुंचना भी। हुण कोई बैठा बैठा सोचे कभी ताजमहल देखना है, तो एक दिन ताजमहल तक कहता जो सोचा सी अज देख भी लिया। क्योंकि पहला सोचना पैंदा, पहुंचता बंदा बाद विच है। अज तुसीं कोई भी चीज़ चाहे खानी होवे,
ਚਾਹੇ ਪੀਣੀ ਹੋਵੇ ਜਾਂ ਕੱਪੜਾ ਵੀ ਕੋਈ ਲੈਣਾ ਹੋਵੇ ਤਾਂ ਤੁਸੀਂ ਐਵੇਂ ਨਹੀਂ ਕਿ ਘਰ ਬੈਠੇ ਬੈਠੇ ਉੱਠ ਜਾਂਦੇ ਹੋ ਤੁਰ ਪੈਂਦੇ ਹੋ ਲੈਣ, ਨਹੀਂ, ਪਹਿਲਾਂ ਸੋਚਦੇ ਹੋ ਮੈਨੂੰ ਚਾਹੀਦਾ ਕੀ ਹੈ, ਔਰ ਫਿਰ ਤੁਸੀਂ ਪਲੈਨਿੰਗ ਕਰਦੇ ਹੋ। ਇੱਕ ਬੰਦੇ ਨੇ ਗੱਡੀ ਵੀ ਲੈਣੀ ਹੋਵੇ ਨਾ, ਪਹਿਲਾਂ ਪਲੈਨਿੰਗ ਕਰਦਾ ਮੈਨੂੰ ਗੱਡੀ ਕਿਹੜੀ ਚਾਹੀਦੀ ਹੈ, ਕਿਹੜੀ ਕੰਪਨੀ ਦੀ ਚਾਹੀਦੀ ਹੈ, ਕਿਹੜਾ ਰੰਗ ਚਾਹੀਦਾ ਹੈ, ਫਿਰ ਸ਼ੋਰੂਮ ਜਾਂਦਾ, ਦੇਖਦਾ, ਪਹਿਲਾਂ ਸੋਚਦਾ, ਬਾਅਦ ਚੋਂ ਮਹੀਨੇ ਬਾਅਦ 2 ਮਹੀਨੇ 6 ਮਹੀਨੇ ਬਾਅਦ ਆ ਵੀ। ਤਾਂ ਜੇ ਅਸੀਂ ਸੋਚੀਏ ਹੀ ਨਾ ਤਾਂ ਮਿਲੇਗਾ ਕਿੱਦਾਂ ਸਾਨੂੰ, ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਨਾ ਦੇਖੋ ਇਸ ਵੇਲੇ ਤੁਸੀਂ ਕੀ ਹੋ। ਫਰਜ਼ ਕਰੋ ਇਸ ਵੇਲੇ ਕੋਈ ਬੈਠਾ ਹੋਵੇ ਮੇਰੇ ਗੋਡੇ ਦੁਖਦੇ ਆ, ਮੇਰੀ ਕਮਰ ਦੁਖਦੀ ਆ, ਮੇਰੀ ਬੋਡੀ 'ਚ ਬੜੀਆਂ ਤਕਲੀਫਾਂ ਹੈ, ਔਰ ਉਹਦੇ ਬਾਰੇ ਸੋਚ ਕੇ ਦੁਖੀ ਹੋਈ ਜਾਵੇ, ਹਾਏ ਰੱਬਾ ਇਹ ਕਿਹੜੇ ਕਰਮਾਂ ਦੀ ਸਜ਼ਾ ਹੈ, ਇਹ ਕਿਹੜੇ ਪਾਪਾਂ ਦੀ ਸਜ਼ਾ ਹੈ, ਆ ਮੇਰਾ ਤਾਂ ਰੋਮ ਰੋਮ ਦਰਦ ਨਾਲ ਭਰਿਆ ਹੈ, ਮੈਂ ਬੜਾ ਦੁਖੀ ਹਾਂ, ਬੜਾ ਦੁਖੀ ਹਾਂ। ਹੁਣ ਜੇ ਦੁੱਖ ਹੀ ਕਰੀ ਜਾਏਗਾ ਤਾਂ ਦੁੱਖ ਹੋਰ ਵੱਧਦਾ ਚਲਾ ਜਾਏਗਾ। ਤੇ ਜੇ ਬੰਦਾ ਸੋਚੇ ਕੋਈ ਗੱਲ ਨਹੀਂ, ਅੱਜ ਦਰਦ ਹੈ ਪਰ ਮੈਨੂੰ ਯਕੀਨ ਹੈ ਕੱਲ ਨੂੰ ਸਭ ਕੁਝ ਠੀਕ ਹੋਏਗਾ, ਅੱਜ ਮੈਂ ਬਿਮਾਰ ਹਾਂ ਪਰ ਕੱਲ ਨੂੰ ਮੈਂ ਪੂਰੀ ਤਰ੍ਹਾਂ ਸਵਸਥ ਹੋਊਂਗਾ, ਜਿਹੜਾ ਅੱਗੇ ਉਮੀਦ ਰੱਖਦਾ ਹੈ ਫਿਰ ਜੀਵਨ 'ਚ ਖੁਸ਼ੀਆਂ ਵੀ ਉਹਦੇ ਆਉਂਦੀਆਂ ਹੈ। ਇਸ ਲਈ ਇਹ ਮਤ ਸੋਚੋ ਜਾਂ ਦੇਖੋ ਕਿ ਤੁਮ आज क्या ਹੋ ਸਕਦਾ ਅੱਜ ਇੱਕ ਬੱਚਾ ਛੋਟਾ ਜਿਹਾ, ਜਿੱਦਾਂ ਕਹਿ ਲੋ ਇੱਕ ਛੋਟਾ ਜਿਹਾ ਜਹਾਜ਼ ਲੈ ਕੇ ਨਾ ਖਿਡੌਣਾ ਘੁੰਮਦਾ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਦੇਖੀ ਲੈ ਉਹ ਬੱਚਾ ਦੇ ਖਿਡੌਣੇ ਨਾਲ ਖੇਡਦਾ ਹੈ, ਉਹ ਇਹ ਨਾ ਦੇਖ ਅੱਜ ਜਹਾਜ਼ ਦੇ ਖਿਡੌਣੇ ਨਾਲ ਖੇਡਦਾ, ਕੀ ਪਤਾ ਉਹ ਮਾਲਕ ਦੀ ਰਹਿਮਤ ਨਾ ਕਰੇ, ਮਿਹਨਤ ਕਰੇ ਤੇ ਕੱਲ ਨੂੰ ਵੱਡਾ ਜਹਾਜ਼ ਪਾਇਲਟ ਬਣ ਕੇ ਉਡਾਵੇ, ਕੋਈ ਪਤਾ ਕਿਸੇ ਦਾ? ਅੱਜ ਜਿਹੜਾ ਬੱਚਾ ਜ਼ਮੀਨ ਤੇ ਬੈਠਾ ਹੈ ਕੀ ਪਤਾ ਕੱਲ ਨੂੰ ਪ੍ਰਾਈਮ ਮਿਨਿਸਟਰ ਬਣ ਕੇ, ਪ੍ਰੈਜ਼ੀਡੈਂਟ ਬਣ ਕੇ ਕਿਸੇ ਦੇਸ਼ ਦਾ ਕੁਰਸੀ ਤੇ ਬੈਠਾ ਹੋਵੇ, ਕਿਉਂਕਿ ਕੋਈ ਪਤਾ ਨਹੀਂ ਕਿ ਅੱਜ ਕੀ ਹੈ ਤਾਂ ਬੰਦਾ ਕੱਲ ਨੂੰ ਕੀ ਹੋ ਸਕਦਾ ਹੈ। ਤਾਂ ਹੀ ਤਾਂ ਕਹਿੰਦੇ ਕਦੀ ਕਿਸੇ ਦਾ ਮਜ਼ਾਕ ਨਾ ਉਡਾਓ, ਬੋਲੋ ਸਮਝਦੇ ਹੋ ਕਿ ਨਹੀਂ? ਕਦੀ ਕਿਸੇ ਦਾ ਮਜ਼ਾਕ ਨਾ ਉਡਾਓ, ਕਦੀ ਕਿਸੇ ਨੂੰ ਬੁਰਾ ਨਾ ਕਹੋ, ਕਦੀ ਵੀ ਕਿਸੇ ਦੀ ਹੱਸੀ ਨਾ ਉਡਾਓ। ਉਹ ਦੇਖ ਉਹ ਕਿਦਾਂ ਦਾ ਹੈ, ਕਿਸੇ ਦੀ ਗਰੀਬੀ ਨੂੰ ਦੇਖ ਕੇ, ਕਿਸੇ ਦੀ ਹਾਈਟ ਨੂੰ ਦੇਖ ਕੇ, ਕਿਸੇ ਦੀ ਕੱਦ ਕਾਠੀ ਨੂੰ ਦੇਖ ਕੇ, ਕਿਸੇ ਦੀ ਬਾਡੀ ਨੂੰ ਦੇਖ ਕੇ ਕਦੀ ਕਿਸੇ ਦਾ ਮਜ਼ਾਕ ਨਾ ਉਡਾਓ, ਕਿਉਂਕਿ ਕੋਈ ਪਤਾ ਨਹੀਂ ਅੱਜ ਉਹ ਇੱਥੇ ਬੈਠਾ ਕੱਲ ਨੂੰ ਰੱਬ ਦੀ ਰਹਿਮਤ ਨੇ ਉਹਨੂੰ ਕਿੱਥੇ ਬਿਠਾ ਦੇਣਾ ਹੈ। ਇਸੇ ਲਈ ਤਾਂ ਕਿਹਾ ਗਿਆ ਹੈ ਕਿ ਸਾਈਂ ਸੇ ਸਭ ਹੋਤ ਹੈ ਬੰਦੇ ਸੇ ਕਿਛ ਨਹੀਂ, ਸਾਈਂ ਸੇ ਸਭ ਹੋਤ ਹੈ ਬੰਦੇ ਸੇ ਕਿਛ ਨਹੀਂ, ਰਾਈ ਕੋ ਪਰਵਤ ਕਰੇ ਪਰਵਤ ਰਾਈ ਮਾਹੀ। ਉਹ ਕਹਿੰਦੇ ਅੱਜ ਤੂੰ ਰਾਈ ਹੈ ਨਾ, ਰਾਈ ਕਿਹਨੂੰ ਕਹਿੰਦੇ ਪਤਾ ਨਾ? ਇੱਕ ਛੋਟਾ ਜਿਹਾ ਦਾਣਾ ਹੁੰਦਾ ਨਿੱਕਾ ਜਿਹਾ, ਜਿਹੜਾ ਕਿਚਨ ਦੇ ਵਿੱਚ ਹੁੰਦਾ, ਰਸੋਈ ਜੋ ਆਪਾਂ ਕਈ ਵਾਰ ਤੜਕਾ ਲਾਈਦਾ, ਦਾਲ ਸਬਜ਼ੀਆਂ 'ਚ ਪਾਈਦਾ, ਕਿ ਉਹ ਰਾਈ ਦਾ ਨਿੱਕਾ ਜਿਹਾ ਦਾਣਾ। ਉਹ ਕਹਿੰਦੇ ਰਾਈ ਨੂੰ ਦੇਖ ਕੇ ਹੱਸਣਾ, ਕਿਉਂਕਿ ਉਹਦੀ ਰਹਿਮਤ ਦਾ ਕੋਈ ਪਤਾ ਨਹੀਂ, ਉਹ ਜਦੋਂ ਚਾਹੇ ਰਾਈ ਨੂੰ ਪਹਾੜ ਬਣਾ ਸਕਦਾ। ਤਾਂ ਜਿਹੜਾ ਆਪਣੇ ਆਪ ਨੂੰ ਕਹਿੰਦਾ ਨਾ ਬਹੁਤ ਬੜਾ ਪਹਾੜ ਆ, ਮੇਰੇ ਵਰਗਾ ਹੈ ਹੀ ਕੋਈ ਨਹੀਂ, ਅਗਰ ਉਹਦੀ ਨਜ਼ਰ ਫਿਰ ਗਈ ਉਹ ਪਹਾੜ ਰਾਈ ਦੇ ਦਾਣੇ ਬਣ ਕੇ ਰੁੱਲ ਜਾਂਦੇ ਆ। ਇਸ ਲਈ ਆਪਣੇ ਮਾਲਿਕ ਤੇ ਵਿਸ਼ਵਾਸ ਰੱਖ, ਯਕੀਨ ਰੱਖ कि आज बेशक मुश्किल है पर एक दिन सब कह रहे हो, एक दिन सब सही होगा, एक दिन सब ठीक होएगा, बोलो यकीन है कि नहीं? फिर कह रहे हो एक दिन सब, एक दिन सब, एक दिन सब, विश्वास ना किया ना तो लिख के ले लो किथे लिखाना है, एक दिन सब सही होएगा भी अगर विश्वास है, क्योंकि गल पूरी गारंटी ना कह रहे हैं असी, समझते हो कि नहीं? कि जे मालिक ते विश्वास रखोगे, जे मालिक ते यकीन रखोगे तो सानू पता की कुछ है अंदर, की कुछ तुहानू दे सकते हैं। और यकीन रखो उन्हां मंजिलां ते लैके जावांगे जिहदे बारे सोचा भी नहीं होएगा तुसीं, क्योंकि इंसान दा विश्वास नामुमकिन नूं मुमकिन करन दी शक्ति रखदा है, और इंसान दी शंका, इंसान दा डर इंसान नूं खत्म करके रख दिंदा है। इसलिए इत्थे एक गल हमेशा याद रखना, जरा समझ लेना सारियां ने कि बुरी सोच और शंका, बुरी सोच और शंका उन राक्षसों की तरह है कि अगर आपने इनको ना मिटाया तो ये आपको मिटाकर रख देंगे। कहते तुहाडी बुरी सोच और शंका ना वो राक्षस है कि इस तो पहला कि ये तुहानू नष्ट करे, खत्म करन, तुसीं इन्हां नू खत्म कर दिओ, अज तो मिटा दिओ कोई शंका मन च है। समझदे हो कि नहीं? इसीलिए तो एक बहुत बड़े डॉक्टर होए है जिन्होंने एक कई बुक्स भी लिखियां, डॉक्टर जोसेफ मर्फी, वो कहते तेरे किते कैंसर हो जाए ना बॉडी ते, फर्ज करो किते फोड़ा हो गया, किते कोई इदां दा हो गया जिद्दां बंदा कहंदा जख्म बड़ा दर्द करने वाला है, वो कहंदे वो फोड़े नूं ठीक करने वास्ते जिन्नी तू मेहनत करदा है ना, याद रख अगर तेरे मन च कोई शंका है, बुरा विचार है तो उन्होंने ठीक करने वास्ते उतों भी ज्यादा मेहनत कर, क्योंकि तेरे फोड़े ने तेनू ना दर्द नहीं देना जिन्ना दर्द जिन्नियां तकलीफां तेनू तेरी बुरी सोच ने, शंकावां ने देनियां है। ये गल याद रखो, और ये गल वाकई अगर गहराई च जाके देखी जाए ना तो गल वाकई सही है कि जिहड़ा बंदा ज्यादा शंका ना भरिया होवे ना, हर वेले शक ही करता रहता है अपनी पत्नी ते, अपने बच्चों ते, अपने पति ते, अपने परिवार ते, कभी सुखी रह नहीं सकता। ਉਹਦੀ ਜ਼ਿੰਦਗੀ हर वेले
ਟੈਨਸ਼ਨਾਂ ਵਿੱਚ ਦੁੱਖਾਂ 'ਚ ਹੀ ਗੁਜ਼ਰਦੀ ਹੈ। ਤਾਂ ਜਿਹੜਾ ਵਿਸ਼ਵਾਸ ਰੱਖਦਾ ਹੈ ਉਹ ਡਰਨ ਦੀ ਲੋੜ ਕੀ ਹੈ, ਚਿੰਤਾ ਕਰਨ ਦੀ ਲੋੜ ਕੀ ਹੈ। ਮੈਨੂੰ ਵਿਸ਼ਵਾਸ ਹੈ ਆਪਣੇ ਬੱਚਿਆਂ ਤੇ, ਵਿਸ਼ਵਾਸ ਹੈ ਆਪਣੇ ਪਰਿਵਾਰ ਤੇ, ਵਿਸ਼ਵਾਸ ਹੈ ਆਪਣੇ ਮਾਲਿਕ ਤੇ, ਫਿਰ ਉਹ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ ਜੀਂਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਤੁਸੀਂ ਵੀ ਇਹਨਾਂ ਸ਼ੰਕਾਵਾਂ ਨੂੰ ਖਤਮ ਕਰੋ। ਆ ਜਿਹੜੇ ਸ਼ੰਕਾ ਦੇ ਰਾਖਸ਼ ਹੈ ਨਾ ਅੰਦਰ, ਜਿੱਦਾਂ ਸ਼ੰਕਾ ਕੀ ਹੁੰਦੀ ਹੈ? ਆਪਣੇ ਰੱਬ ਤੇ ਵਿਸ਼ਵਾਸ ਨਾ ਕਰਨਾ, ਪਰਿਵਾਰ ਤੇ ਵਿਸ਼ਵਾਸ ਨਾ ਕਰਨਾ, ਬੱਚਿਆਂ ਤੇ ਵਿਸ਼ਵਾਸ ਨਾ ਕਰਨਾ, ਔਰ ਇੱਥੇ ਤੱਕ ਕਿ ਆਪਣੇ ਆਪ ਤੇ ਵੀ ਬੰਦਾ ਵਿਸ਼ਵਾਸ ਨਹੀਂ ਕਰਦਾ। ਹੁਣ ਐਸਾ ਇਨਸਾਨ ਕਦੀ ਜੀਵਨ 'ਚ ਕਾਮਯਾਬ ਸਫਲ ਨਹੀਂ ਹੋ ਸਕਦਾ ਜਿਹੜਾ ਆਪਣੇ ਮਾਲਿਕ ਤੇ ਆਪਣੇ ਆਪ ਤੇ ਵਿਸ਼ਵਾਸ ਰੱਖਦਾ ਹੈ ਨਾ, ਕਿ ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ, ਵਿਸ਼ਵਾਸ ਹੈ ਆਪਣੇ ਮਾਲਿਕ ਤੇ ਕਿ ਮੇਰਾ ਮਾਲਿਕ ਹਰ ਕਦਮ ਤੇ ਮੇਰੇ ਨਾਲ ਹੈ, ਉਹਨੂੰ ਫਿਰ ਕਾਮਯਾਬੀ ਵੀ ਮਿਲਦੀ ਚਲੀ ਜਾਂਦੀ ਹੈ। ਇਸ ਲਈ ਫਿਰ ਕਹਾਂਗੇ कि ये मत देखो कि तुम आज क्या हो, बल्कि ये सोचो कि कल तुम क्या। जरा सोच के देखो कल ਨੂੰ ਕੀ ਹੋ ਸਕਦਾ। ਸੋਚੋ ਜ਼ਰਾ, ਸੋਚੋ ਕੱਲ ਨੂੰ ਕੀ ਹੋ ਸਕਦਾ। ਅੱਜ ਕੀ ਨਹੀਂ ਹੈ ਤੁਹਾਡੇ ਕੋਲ, ਕੱਲ ਨੂੰ ਕੀ ਪਾਣਾ ਚਾਹੁੰਦੇ ਹੋ। ਸੋਚੋ ਕਿ ਅੱਜ ਬੇਸ਼ੱਕ ਮੈਨੂੰ ਆ ਪ੍ਰੋਬਲਮ ਹੈ, ਪਰ ਕੱਲ ਨੂੰ ਮੈਂ ਠੀਕ ਹੋ ਜਾਊਂਗਾ, ਕਿਉਂਕਿ ਮੇਰਾ ਮਾਲਿਕ ਮੇਰੇ। ਅੱਜ ਬੇਸ਼ੱਕ ਮੇਰੇ ਰਸਤੇ ਵਿੱਚ ਕਈ ਪਰੇਸ਼ਾਨੀਆਂ ਹੈ, ਪਰ ਜੇ ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ ਤਾਂ ਹਰ ਪਰੇਸ਼ਾਨੀ ਦੂਰ ਹੁੰਦੀ ਚਲੀ ਜਾਏਗੀ। ਇਹਨੂੰ ਇਦਾਂ ਸਮਝ ਲਓ। ਹਲੋ ਸਮਝਦੇ ਹੋ ਕਿ ਨਹੀਂ? ਹੁਣ ਇਦਾਂ ਸਮਝਣਾ ਤੁਸੀਂ ਕਿ ਜਿੱਦਾਂ ਢਵਈਆ ਵਾਲੇ ਲੜਕੇ ਦੀ ਗੱਲ ਦੱਸੀ ਨਾ ਅਸੀਂ, ਕਿ ਉਹਨੇ ਇਹ ਨਹੀਂ ਦੇਖਿਆ ਕਿ ਅੱਜ ਮੈਨੂੰ ਕੀ ਮਿਲ ਰਿਹਾ ਹੈ, ਅੱਜ ਮੇਰੇ ਕੋਲ ਰੋਟੀ ਕਿੱਦਾਂ ਦੀ ਹੈ, ਤਨਖਾਹ ਕਿੰਨੀ ਹੈ, ਬਲਕਿ ਉਹਨਾਂ ਦੇਖਿਆ ਕੱਲ ਨੂੰ ਮੈਂ ਕੀ ਹੋ ਸਕਦਾ ਆ, ਕੱਲ ਨੂੰ ਮੈਂ ਕੀ ਬਣ ਸਕਦਾ ਆ। ਇਸ ਲਈ ਇੱਕ ਬੰਦਾ ਕਹਿੰਦਾ ਮੈਂ ਨਹੀਂ ਇਹ ਕੰਮ ਕਰ ਸਕਦਾ, ਘਰ ਨੂੰ ਜਾਣਾ ਹੈ, ਇਹਦਾ ਮਤਲਬ ਹਾਰਿਆ ਹੋਇਆ ਹੈ, ਡਰਿਆ ਹੋਇਆ ਹੈ। ਇਹ ਯੋਧਾ ਨਹੀਂ ਹੈ, ਇਹ ਬੱਚਾ ਹੀ ਹੈ ਕਿ ਮਾੜੀ ਮੁਸ਼ਕਿਲ ਆਈ ਤਾਂ ਡਰ ਗਿਆ। ਯੋਧਾ ਤਾਂ ਇਹ ਹੈ, ਉਹ ਕਹਿੰਦੇ ਕੋਈ ਨਹੀਂ ਅੱਜ ਕੰਮ ਔਖਾ ਹੈ, ਪਰ ਮੈਂ ਮਿਹਨਤ ਇੰਨੀ ਕਰਨੀ ਕਿ ਔਖਾ ਕੰਮ ਵੀ ਸੌਖਾ ਹੋ ਜਾਵੇ। ਜਿੱਦਾਂ ਇਦਾਂ ਸਮਝ ਲਓ ਕਿ ਤੁਸੀਂ ਇੱਕ ਜਿਹੜੇ ਆਦਮੀ ਨੇ ਕਦੀ ਡੰਡ ਬੈਠਕ ਨਹੀਂ ਲਾਈ, ਉਹਨੂੰ ਤੁਸੀਂ ਕਹਿ ਦਿਓ 100 ਡੰਡ 100 ਬੈਠਕਾਂ ਲਾਣੀਆਂ, ਉਹਨਾਂ ਨੇ ਕਹਿਣਾ ਕੰਮ ਹੀ ਬੜਾ। ਉਹ 100 ਡੰਡ 100 ਬੈਠਕਾਂ ਤਾਂ ਕਦੀ ਮਾਰੀਆਂ ਹੀ ਨਹੀਂ ਮੈਂ ਜ਼ਿੰਦਗੀ 'ਚ, ਕੰਮ ਹੀ ਬੜਾ ਔਖਾ ਹੈ। ਪਰ ਜਿਹੜਾ ਜਿਮ 'ਚ ਰੋਜ਼ ਜਾ ਕੇ ਐਕਸਰਸਾਈਜ਼ ਕਰਦਾ ਹੈ, ਉਹਨੂੰ ਕਹੋ 100 ਡੰਡ 100 ਬੈਠਕਾਂ ਲਾਣੀਆਂ, ਉਹਨੇ ਕਹਿਣਾ ਕੰਮ ਹੀ ਬੜਾ ਸੌਖਾ ਹੈ ਭਾਈ, ਇਹ ਤਾਂ ਮੈਂ ਏਦਾਂ ਮਾਰ ਦੂੰ। ਚੀਜ਼ ਉਹੀ ਹੈ, ਇੱਕ ਵਾਸਤੇ ਔਖੀ, ਇੱਕ ਵਾਸਤੇ। ਹੁਣ ਜਿਹਦੇ ਵਾਸਤੇ ਔਖੀ ਹੈ ਉਹ ਚੀਜ਼ ਔਖੀ ਨਹੀਂ ਹੈ, ਉਹਨੇ ਆਪਣੇ ਆਪ ਨੂੰ ਇੰਨਾ ਕਮਜ਼ੋਰ ਬਣਾਇਆ ਹੋਇਆ ਹੈ ਕਿ ਉਹਨੂੰ ਮਾੜਾ ਜਿਹਾ ਕੰਮ ਵੀ ਔਖਾ ਲੱਗਦਾ ਹੈ। ਤਾਂ ਜਿਹਦੇ ਵਾਸਤੇ ਸੌਖੀ ਹੈ ਉਹਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਇਆ ਹੋਇਆ ਹੈ ਕਿ ਉਹਦੇ ਵਾਸਤੇ ਕੰਮ ਉਹ ਸੌਖਾ ਲੱਗਦਾ ਹੈ। ਹੁਣ ਅਸੀਂ ਦੇਖਣਾ ਕਿ ਅਸੀਂ ਕਹਿਣਾ ਕਿ ਆਹ ਕੰਮ ਬੜਾ ਔਖਾ ਹੈ, ਇਹਦਾ ਮਤਲਬ ਅਸੀਂ ਕਮਜ਼ੋਰ ਹਾਂ, ਔਰ ਕਮਜ਼ੋਰਾਂ ਵਾਲੀ ਜ਼ਿੰਦਗੀ ਜੀਣੀ ਬੰਦ ਕਰੋ। ਕੰਮ ਜਿਹੜਾ ਵੀ ਹੋਵੇ ਉਹਨੂੰ ਕੋਈ ਗੱਲ ਨਹੀਂ, ਅੱਜ ਔਖਾ ਹੈ ਪਰ ਮਿਹਨਤ ਕਰਕੇ ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਉਣਾ ਕਿ ਕੱਲ ਨੂੰ ਇਹੀ ਕੰਮ ਮੇਰੇ ਵਾਸਤੇ। ਕਹਿ ਦਿਓ ਹੁਣ ਫਿਰ ਜ਼ਿੰਦਗੀ ਜੀਣ ਦਾ ਮਜ਼ਾ ਆਏਗਾ ਕਿ ਨਹੀਂ? ਆਏਗਾ ਕਿ ਨਹੀਂ? ਕਿ ਮਜ਼ਾ ਆ ਗਿਆ, ਆ ਗਿਆ, ਆ ਗਿਆ, ਆ ਗਿਆ। ਦੇਖੋ ਆ ਗਿਆ ਮਜ਼ਾ, ਆ ਗਿਆ, ਆ ਗਿਆ, ਆ ਗਿਆ। ਆ ਰਿਹਾ ਕਿ ਨਹੀਂ ਮਜ਼ਾ? ਹੁਣ ਏਦਾਂ ਮਜ਼ੇਦਾਰ ਜ਼ਿੰਦਗੀ ਜੀਓ। ਕੀ ਹਰ ਵੇਲੇ ਰੋਣਾ ਪਿੱਟਣਾ ਹਾਏ ਹਾਏ ਕਰੀ ਜਾਂਦੇ ਹੋ? ਉਹ ਜੀਵਨ 'ਚ ਖੁਸ਼ ਹੋਣ ਦੇ, ਆਨੰਦ ਲੈਣ ਦੇ ਬੜੇ ਮੌਕੇ ਹੁੰਦੇ ਆ, ਪਰ ਇਨਸਾਨ ਉਹ ਆਨੰਦ ਲੈਣ ਦੀ ਬਜਾਏ ਉਹ ਮੁੰਡੇ ਵਾਂਗੂ ਉਹ ਦਾਲ ਨਹੀਂ ਠੀਕ, ਉਹ ਕੰਮ ਨਹੀਂ ਠੀਕ, ਉਹ ਇੰਨਾ ਕਮਜ਼ੋਰ ਹੈ ਕਿ ਜਿਹੜੀ ਚੀਜ਼ ਸ਼ੁਕਰ ਕਰਕੇ ਖਾਣੀ ਚਾਹੀਦੀ ਉਹ 'ਚ ਵੀ ਨੁਕਸ ਕੱਢ ਰਿਹਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਕਰਕੇ ਕਮਜ਼ੋਰ ਨਹੀਂ ਬਣਨਾ। ਇਹ ਸੋਚੋ ਕੋਈ ਗੱਲ ਨਹੀਂ, ਅੱਜ ਹੱਥ ਤੇ ਰੋਟੀ ਖਾ ਰਿਹਾ ਆ, ਇੱਕ ਦਿਨ ਥਾਲੀ ਆਏਗੀ, ਮੈਨੂੰ ਕੋਈ ਟੈਨਸ਼ਨ ਨਹੀਂ, ਕਿਉਂਕਿ ਆਪਣੇ ਮਾਲਿਕ ਤੇ ਯਕੀਨ ਹੈ। ਮਿਹਨਤ ਮੈਂ ਕਰਨ ਨੂੰ ਤਿਆਰ ਹਾਂ, ਕਿਉਂਕਿ ਮਿਹਨਤ ਮੇਰੀ ਰਹਿਮਤ, ਮਿਹਨਤ ਮੈਂ ਕਰਨ ਨੂੰ ਤਿਆਰ ਹਾਂ। ਤਾਂ ਮੈਨੂੰ ਯਕੀਨ ਹੈ ਇੱਕ ਦਿਨ ਮੈਂ ਕਾਮਯਾਬ ਹੋ ਕੇ ਦੁਨੀਆ ਨੂੰ ਦਿਖਾਣਾ ਹੈ। ਸਮਝ ਆ ਰਹੀ ਹੈ? ਇਸ ਕਰਕੇ ਫਿਰ ਕਹਾਂਗੇ ਬੱਚੇ ਬਣ ਕੇ ਨਹੀਂ, ਕੀ ਬਣ ਕੇ ਜੀਣਾ ਹੈ? ਮੈਂ ਇੱਕ ਯੋਧਾ ਹਾਂ, ਮੈਂ ਸ਼ਕਤੀਸ਼ਾਲੀ ਹਾਂ, ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ, ਮੈਂ ਹਰ ਮੁਸ਼ਕਿਲ ਨੂੰ ਜਿੱਤਣ ਨੂੰ, ਮੈਂ ਹਰ ਮੁਸ਼ਕਿਲ ਦਾ ਹੱਲ ਕਰਨ ਨੂੰ, ਮੈਂ ਹਰ ਤਰ੍ਹਾਂ ਦੀ ਕਾਮਯਾਬੀ ਪਾਉਣ ਨੂੰ, ਕਿਉਂਕਿ ਮੇਰਾ ਮਾਲਿਕ ਮੇਰੇ। ਬਸ ਇਦਾਂ ਦਾ ਵਿਸ਼ਵਾਸ ਰੱਖਿਆ ਕਰੋ ਤੁਸੀਂ। ਸਮਝ ਆ ਰਹੀ ਹੈ? ਇਸ ਕਰਕੇ ਫਿਰ ਕਹਾਂਗੇ ਲਾਈਨ ਆਪਣੇ ਦਿਮਾਗ 'ਚ ਬਿਠਾ ਲਓ ਕਿ ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ, ਕਦੀ ਡਰਨਾ ਨਹੀਂ ਕਿ ਅੱਜ ਆ ਹੋ ਰਿਹਾ ਹੈ, ਬਲਕਿ ਆਉਣ ਵਾਲੇ ਕੱਲ ਦੀ ਆਸ ਰੱਖੋ, ਵਿਸ਼ਵਾਸ ਰੱਖੋ ਕਿ ਅੱਜ ਜੋ ਮਰਜ਼ੀ ਹੋ ਰਿਹਾ ਪਰ ਕੱਲ ਨੂੰ ਸਭ ਕੁਝ ਅੱਛਾ ਹੋਏਗਾ, ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਕਿਉਂਕਿ ਮੰਜ਼ਿਲ ਦੇ ਵਾਸਤੇ ਸ਼ੁਰੂਆਤ ਅੱਜ ਕਰਨੀ ਪੈਂਦੀ ਹੈ, ਪਰ ਪਹੁੰਚਦਾ ਬੰਦਾ ਅਗਲੇ ਪਲ ਹੈ। ਹੁਣ ਤੁਸੀਂ ਕਿਤੇ ਵੀ ਦਿੱਲੀ ਵੀ ਜਾਣਾ ਹੋਵੇ ਨਾ, ਸ਼ੁਰੂਆਤ ਹੁਣ ਕਰਨੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਇੱਕ ਕਦਮ ਪੁੱਟਿਆ ਦਿੱਲੀ ਨਜ਼ਰ ਆ ਗਈ। ਚੱਲਦੇ ਰਹੋ, ਚੱਲਦੇ ਰਹੋ, ਇੱਕ ਦਿਨ ਮੰਜ਼ਿਲ ਤੱਕ ਪਹੁੰਚ ਜਾਓਗੇ। ਇਸੇ ਤਰ੍ਹਾਂ ਹੀ ਸ਼ੁਰੂਆਤ ਕਰੋ। ਤੁਸੀਂ ਚਾਹੁੰਦੇ ਕੀ ਹੋ, ਪਹੁੰਚਣਾ ਕਿੱਥੇ ਚਾਹੁੰਦੇ ਹੋ, ਪਾਣਾ ਕੀ ਚਾਹੁੰਦੇ ਹੋ, ਪਹਿਲਾਂ ਸੋਚੋ, ਔਰ ਫਿਰ ਦੂਜਾ ਪੁਆਇੰਟ ਤੇ ਆ ਜਾਓ।
ਜਿੱਦਾਂ ਹੁਣ ਫਰਜ਼ ਕਰੋ ਇੱਕ ਬੰਦਾ ਬਿਮਾਰ ਹੈ, ਉਹ ਤੰਦਰੁਸਤੀ ਪਾਣਾ ਚਾਹੁੰਦਾ ਹੈ, ਜਾਂ ਇੱਕ ਬੱਚਾ ਕੋਈ ਅਫਸਰ ਬਣਨਾ ਚਾਹੁੰਦਾ ਹੈ। ਹੁਣ ਵਕੀਲਾਂ ਦੇ ਕੋਲ ਆਇਆ, ਸਮਝ ਲਓ ਐਡਵੋਕੇਟ ਬਣਨਾ ਚਾਹੁੰਦਾ ਇੱਕ ਬੱਚਾ, ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੱਚਾ ਐਡਵੋਕੇਟ ਬਣਨਾ ਚਾਹੁੰਦਾ ਹੈ, ਹੁਣ ਉਹਦੀ ਇੱਛਾ ਤਾਂ ਹੈ ਐਡਵੋਕੇਟ ਬਣਨ ਦੀ, ਜਾਂ ਇੱਕ ਬਿਮਾਰ ਆਦਮੀ ਦੀ ਇੱਛਾ ਤਾਂ ਹੈ ਤੰਦਰੁਸਤ ਹੋਣ ਦੀ। ਹੁਣ ਆਪਣੇ ਆਪ ਨੂੰ ਸਵਾਲ ਪੁੱਛੋ, ਜਿੱਦਾਂ ਤੁਹਾਡੀ ਕੋਈ ਵੀ ਇੱਛਾ ਹੋਵੇ, ਤੁਸੀਂ ਕੋਈ ਵਕੀਲ ਬਣਨਾ ਚਾਹੁੰਦੇ ਹੋ, ਕੋਈ ਅਫਸਰ ਬਣਨਾ ਚਾਹੁੰਦੇ ਹੋ, ਕਿਸੇ ਵੀ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹੋ, ਸੋਚ ਲਿਆ? ਹੁਣ ਪੁੱਛੋ ਕਿ ਜੋ ਮੈਂ ਕੰਮ ਕਰ ਰਿਹਾ ਜਾਂ ਜੋ ਮੇਰੀਆਂ ਆਦਤਾਂ ਹੈ, ਕਿ ਮੈਨੂੰ ਮੇਰੇ ਸੁਪਨੇ ਦੀ ਮੰਜ਼ਿਲ ਤੱਕ ਲੈ ਕੇ ਜਾਣ ਵਾਲੀਆਂ ਹੈ? ਕਿ ਜੋ ਮੈਂ ਕੰਮ ਕਰ ਰਿਹਾ, ਜੋ ਮੈਂ ਆਦਤਾਂ ਬਣਾਈਆਂ ਹੈ, ਕਿ ਮੈਂ ਇਹਨਾਂ ਆਦਤਾਂ ਨੂੰ ਅਗਰ ਜਾਰੀ ਰੱਖੂੰਗਾ ਤਾਂ ਜੋ ਮੈਂ ਚਾਹੁੰਦਾ ਮੈਨੂੰ ਉੱਥੇ ਲੈ ਕੇ ਜਾਣ ਵਾਲੀਆਂ ਹੈ, ਜਾਂ ਫਿਰ ਮੈਨੂੰ ਇਹਨਾਂ ਆਦਤਾਂ ਅੰਦਰ ਕੁਝ ਬਦਲਾਵ ਕਰਨਾ ਪਏਗਾ? ਜੇ ਤੁਹਾਨੂੰ ਫਰਜ਼ ਕਰੋ ਇੱਕ ਬੰਦਾ ਤੰਦਰੁਸਤੀ ਚਾਹੁੰਦਾ ਹੈ, ਤੰਦਰੁਸਤੀ ਕਹਿ ਲਓ, ਉਹ ਬਿਮਾਰ ਹੈ, ਤਾਂ ਹੁਣ ਉਹ ਦੇਖੇ ਕਿ ਜੇ ਮੈਂ ਤੰਦਰੁਸਤੀ ਚਾਹੁੰਦਾ ਹਾਂ ਤਾਂ ਮੇਰੀਆਂ ਆਦਤਾਂ ਕੀ ਹੈ, ਮੇਰਾ ਖਾਣ ਪਾਣ ਕੀ ਹੈ, ਮੇਰਾ ਉੱਠਣਾ ਬੈਠਣਾ ਕਿੱਦਾਂ ਹੈ। ਤਾਂ ਜੇ ਮੈਂ ਉਹੀ ਮਾੜੀਆਂ ਆਦਤਾਂ ਜਾਰੀ ਰੱਖੀਆਂ ਹੈ ਜਿਹਦੇ ਕਰਕੇ ਅੱਜ ਮੈਂ ਬਿਮਾਰ ਹਾਂ, ਔਰ ਅੱਗੇ ਵੀ ਇਹ ਆਦਤਾਂ ਜਾਰੀ ਰੱਖੂੰਗਾ, ਤਾਂ ਕਦੀ ਮੈਂ ਤੰਦਰੁਸਤੀ ਦੀ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ। ਪਰ ਜੇ ਮੈਂ ਤੰਦਰੁਸਤੀ ਚਾਹੁੰਦਾ ਹਾਂ ਤਾਂ ਫਿਰ ਮੈਨੂੰ ਆਪਣੀਆਂ ਆਦਤਾਂ ਨੂੰ ਬਦਲਣਾ ਪਏਗਾ। ਕੋਈ ਬੁਰੀ ਚੀਜ਼ ਖਾਂਦਾ ਤਾਂ ਉਹਨੂੰ ਛੱਡਣਾ ਪਏਗਾ, ਕੋਈ ਮਾੜੀ ਆਦਤ ਹੈ ਮੈਨੂੰ ਤਾਂ ਉਹਦੇ ਅੰਦਰ ਬਦਲਾਵ ਕਰਨਾ ਪਏਗਾ, ਫੇਰ ਹੀ ਮੈਂ ਆਦਤਾਂ ਨੂੰ ਬਦਲ ਕੇ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹਾਂ। ਅੱਜ ਬੰਦਾ ਕਰਦਾ ਕੀ ਹੈ? ਜਿੱਦਾਂ ਹੁਣ ਸਮਝ ਲੈ ਇੱਕ ਬੰਦਾ ਮੋਟਾ ਹੈ, ਉਹ weight ਤਾਂ ਘਟਾਉਣਾ ਚਾਹੁੰਦਾ ਹੈ, ਪਰ ਆਦਤ ਬਦਲਦਾ ਨਹੀਂ। ਖਾਣੇ ਸਮੋਸੇ ਹੀ ਹੈ, ਖਾਣੇ ਛੋਲੇ ਭਟੂਰੇ ਹੀ ਹੈ, ਖਾਣਾ ਮਿੱਠਾ ਹੀ ਹੈ, ਨਾ ਐਕਸਰਸਾਈਜ਼ ਕਰਨੀ ਹੈ, ਨਾ ਟਾਈਮ ਤੇ ਸੋਣਾ, ਨਾ ਜਾਗਣਾ। ਮੈਂ ਤਾਂ weight ਘਟਾਉਣਾ ਚਾਹੁੰਦਾ, ਰੱਬਾ ਮੇਰਾ weight ਘਟਾ ਦੇ। ਤਾਂ ਰੱਬ ਨੇ ਆ ਕੇ ਕੋਈ ਆਰੀ ਲੈ ਕੇ ਨਹੀਂ ਕੱਢ ਦੇਣਾ, ਲੈ ਘਟਾਤਾ ਤੇਰਾ weight। ਰੱਬ ਨੇ ਸਮਝ ਦਿੱਤੀ ਹੈ। ਉਹ ਜੇ ਤੂੰ ਚਾਹੁੰਦਾ ਹੈ ਤਾਂ ਫਿਰ ਆਪਣੀ ਆਦਤ ਅੰਦਰ ਬਦਲਾਵ ਲਿਆ। ਸੋਚ ਕੇ ਅੱਜ ਤੂੰ ਤਲਿਆ ਖਾਣਾ, ਮਿੱਠਾ ਖਾਣਾ ਬਿਲਕੁਲ ਬੰਦ, ਅੱਜ ਤੋਂ ਐਕਸਟਰਾ ਖਾਣਾ ਬੰਦ, ਤਾਂ ਅੱਜ ਤੋਂ ਐਕਸਟਰਾ ਮਿਹਨਤ ਸ਼ੁਰੂ, ਸੈਰ ਸ਼ੁਰੂ, ਐਕਸਰਸਾਈਜ਼ ਸ਼ੁਰੂ, ਜਿਮ ਜਾਣਾ ਸ਼ੁਰੂ, ਰਨਿੰਗ ਕਰਨੀ ਸ਼ੁਰੂ। ਹੁਣ ਆਦਤਾਂ ਬਦਲਣਗੀਆਂ ਤਾਂ ਜੀਵਨ 'ਚ ਬਦਲਾਵ ਵੀ ਕਹਿ ਦਿਓ ਜ਼ਰੂਰ ਆਏਗਾ। ਹੁਣ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ, ਕਦੀ ਸਾਡਾ weight 105 ਕਿਲੋ ਹੁੰਦਾ ਸੀ, 1 ਕੁਆਂਟਲ 5 ਕਿਲੋ। ਕਦੀ ਪੁਰਾਣੀਆਂ ਫੋਟੋਆਂ ਦੇਖੋ ਸਾਡੀਆਂ ਸਨ 2002 ਦੀਆਂ ਜਾਂ 2000 ਦੀਆਂ, ਕਿੰਨਾ ਸੀਗਾ weight। ਹੁਣ ਅੱਜ ਕੱਲ ਤਾਂ ਬੰਦਾ ਕਹਿੰਦਾ ਜੀ 90 ਕਿਲੋ ਬੇਟਾ ਘਟਦਾ ਹੀ ਨਹੀਂ, ਇਹ ਕਹਿੰਦਾ ਸਭ ਕੁਝ ਘਟਦਾ ਹੈ। ਅਸੀਂ 6 ਮਹੀਨਿਆਂ 'ਚ weight ਆਪਣਾ 75 ਕਿਲੋ ਕੀਤਾ, ਸਮਝਦੇ ਹੋ ਕਿ ਨਹੀਂ? 105 ਕਿਲੋ ਦਾ, ਔਰ ਕੋਈ ਦਵਾਈ ਨਹੀਂ, ਕੋਈ ਕੁਛ ਨਹੀਂ, ਬਸ ਨਿਯਮ ਬਣਾ ਲਿਆ, ਖਾਣਾ ਘੱਟ, ਰਨਿੰਗ ਜ਼ਿਆਦਾ। 10-10 ਕਿਲੋਮੀਟਰ ਰਨਿੰਗ ਕਰਦੇ ਸੀ ਬਿਨਾਂ ਰੁਕੇ ਅਸੀਂ, ਸਮਝ ਲੈਣਾ ਸਾਰਿਆਂ ਨੇ। ਉਹ ਸੇਵਾਦਾਰ ਗਵਾਹ ਹੈ ਚੀਜ਼ ਦੇ, ਉੱਦਾਂ ਨਹੀਂ ਗੱਲਾਂ ਕਰਦੇ ਅਸੀਂ, ਸਮਝਣਾ ਜ਼ਰਾ। ਕਿਉਂਕਿ ਜੇ ਫਿਟਨੈਸ ਚਾਹੀਦੀ ਹੈ ਤੇ ਇੱਕ ਜਿੱਦ ਹੁੰਦੀ ਹੈ ਬੰਦੇ ਦੀ ਕਿ ਆਹ ਚੀਜ਼ ਪਾਣੀ ਹੈ, ਤਾਂ ਫਿਰ ਪਾਣੀ ਹੈ, ਚਾਹੇ ਭੁੱਖੇ ਰਹਿਣਾ ਪਵੇ, ਪਿਆਸੇ ਰਹਿਣਾ ਪਵੇ, ਜਦ ਤੱਕ ਮੰਜ਼ਿਲ ਮਿਲ ਨਹੀਂ ਜਾਂਦੀ ਮੈਂ ਹਾਰ ਮੰਨ ਕੇ ਨਹੀਂ ਬੈਠਣਾ। ਬੰਦਾ ਪਹੁੰਚਣਾ ਹੀ ਉਹ ਮੰਜ਼ਿਲ ਤੱਕ ਹੈ ਜਿਹੜਾ ਮੰਜ਼ਿਲ ਨੂੰ ਪਾਣ ਦੀ ਜਿੱਦ ਲੈ ਕੇ, ਇੱਕ ਜਨੂਨ ਲੈ ਕੇ ਆਪਣੇ ਅੰਦਰ ਬੈਠ ਜਾਂਦਾ ਹੈ। ਤਾਂ ਜਿਹੜਾ ਥੋੜੀ ਜਿਹੀ ਕੋਸ਼ਿਸ਼ ਕਰਕੇ, ਹਾਏ 2 ਦਿਨ ਹੋ ਗਏ, 3 ਦਿਨ ਹੋ ਗਏ, ਪਤਾ ਬੰਦਾ ਕੀ ਕਰਦਾ ਹੈ? ਐਕਸਰਸਾਈਜ਼ ਕਰਦਾ, 2 ਦਿਨ ਬਾਅਦ weight ਤੋਲਦਾ ਹੈ, ਆ weight ਤਾਂ ਘਟਿਆ ਹੀ ਨਹੀਂ। ਉਹ ਕਮਾਲ ਦੀ ਗੱਲ ਹੈ, ਜੇ weight ਘਟਾਣਾ ਤਾਂ weight ਮਸ਼ੀਨ ਤੇ weight ਕਦੀ ਤੋਲਣਾ ਹੀ ਬੰਦ ਕਰੋ, ਕਿਉਂਕਿ ਹਰ ਰੋਜ਼ ਤੋਲੂਗੇ ਤਾਂ ਰੋਜ਼ ਤਾਂ ਉਹੀ ਰਿਜ਼ਲਟ ਦਿਖਣਾ ਨਾ। ਬੰਦੇ ਦੀ ਕੌਨਫੀਡੈਂਸ ਲੋ ਹੁੰਦਾ, ਲੈ ਕੱਲ ਵੀ ਉਨਾ ਸੀ, ਅੱਜ ਵੀ ਉਨਾ ਹੀ ਹੈ, ਪਰਸੋਂ ਵੀ ਉਨਾ ਹੀ ਹੈ। ਸੋ ਆਪਾਂ ਬਸ ਮਿਹਨਤ ਕਰੀਏ। ਤਾਂ ਹੀ ਕਹਿੰਦੇ ਸ਼੍ਰੀ ਕ੍ਰਿਸ਼ਨ ਵੀ ਕਰਮ ਕਰ ਫਲ ਦੇ ਚਿੰਤਾ ਨਾ ਕਰ। ਤੂੰ ਕਰਮ ਕਰੇਗਾ ਤਾਂ ਫਲ ਆਪੇ ਅੱਛਾ ਆਏਗਾ। ਪਰ ਜੇ ਬੰਦਾ ਚਿੰਤਾ ਕਰੇ, ਕਿੱਦਾਂ ਕਿ ਬੀਜ ਬੋਇਆ ਔਰ ਅਗਲੇ ਦਿਨ ਉਹਨੂੰ ਮਿੱਟੀ ਹਟਾ ਕੇ, ਹਾਂ ਨਿਕਲਿਆ ਕਿ ਨਹੀਂ ਪੌਦਾ, ਫਿਰ ਮਿੱਟੀ ਪਾ ਦੇ, ਨਿਕਲਿਆ ਨਹੀਂ, ਫਿਰ ਅਗਲੇ ਦਿਨ ਆ ਕੇ ਮਿੱਟੀ ਹਟਾ ਕੇ ਬੀਜ ਕੱਢ ਕੇ, ਹਲੇ ਨਿਕਲਿਆ ਨਹੀਂ, ਫਿਰ ਦਵਾ ਦੇਵੇ, ਉਹ ਰੋਜ਼ ਚਿੰਤਾ ਹੀ ਕਰੀ ਜਾਂਦਾ ਹੈ। ਏਦਾਂ ਫਲ ਕਦੀ ਆਏਗਾ ਨਹੀਂ, ਟੈਨਸ਼ਨ ਵੀ ਵਧੇਗੀ। ਤਾਂ ਜੇ ਬੰਦਾ ਕਹੇ ਮੈਂ ਬੀਜ ਬੋ ਦਿੱਤਾ, ਖਾਦ ਪਾਣਾ, ਪਾਣੀ ਪਾਣਾ ਮੇਰਾ ਕੰਮ ਹੈ, ਇੱਕ ਦਿਨ ਫਲ ਫੁੱਲ ਜ਼ਰੂਰ ਲੱਗਣਗੇ, ਕਿਉਂਕਿ ਫਲ ਫੁੱਲ ਲਾਣਾ ਮੇਰੇ ਮਾਲਿਕ ਦਾ ਕੰਮ ਹੈ। ਤਾਂ ਹੀ ਕਹਿੰਦੇ ਨਾ ਮਾਲੀ ਦਾ ਕੰਮ, ਆਵਾਜ਼ ਨਹੀਂ ਆਈ, ਦੇਖੋ ਐਕਟੀਵਿਟੀ 'ਚ ਸ਼ਾਮਿਲ ਨਹੀਂ ਹੁੰਦੇ ਤੁਸੀਂ। ਫਿਰ ਮਾਲੀ ਦਾ ਕੰਮ ਭਰ ਮਸ਼ਕਾ ਆਂਦਾ ਕਿ ਨਹੀਂ ਸ਼ਲੋਕ, ਤਾਂ ਫਿਰ ਬੋਲਦੇ ਕਿਉਂ ਨਹੀਂ ਹੈ? ਜਿਹੜੇ ਬੱਚੇ ਨੂੰ ਪਹਾੜਾ ਆਂਦਾ ਉਹਨੇ ਇੱਕ ਦੂਣੀ ਉਹ ਬੜੀ ਉੱਚੀ ਬੋਲਦਾ ਹੈ, ਤੇ ਇਹਨੂੰ ਆਂਦਾ ਨਾ ਚੁੱਪ ਕਰਕੇ ਬਹਿ ਜਾਂਦਾ, ਮੈਨੂੰ ਨਾ ਪੁੱਛ ਲੈਣ ਕਿਤੇ। ਇਹ ਸ਼ਬਦ ਹੀ ਬੜਾ ਆਸਾਨ ਹੈ ਕਿ ਮਾਲਿਕ ਦਾ ਕੰਮ, ਉਹ ਪਾਣੀ ਦੇਣਾ ਨਹੀਂ ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ। ਉਹ ਕਹਿੰਦੇ ਉੱਤੇ ਛੱਡ ਦੇ, ਬਸ ਤੂੰ ਆਪਣਾ ਕਰਮ ਕਰ, ਮੈਂ ਮਿਹਨਤ ਕਰਨੀ ਹੈ, ਬਾਕੀ ਮੇਰਾ ਮਾਲਿਕ ਕੋਈ ਇੰਨਾ ਪੱਥਰ ਦਿਲ ਨਹੀਂ ਹੈ ਜਿਹੜਾ ਫਲ ਫੁੱਲ ਨਾ ਲਾਏਗਾ। ਤੇਰੀ ਉਮੀਦ ਤੋਂ ਜ਼ਿਆਦਾ ਫਲ ਵੀ ਲੱਗਣਗੇ, ਫੁੱਲ ਵੀ ਲੱਗਣਗੇ, ਤੇਰੀ ਸੋਚ ਤੋਂ ਜ਼ਿਆਦਾ ਤੈਨੂੰ ਮਿਲੇਗਾ ਅਗਰ ਤੂੰ ਮਿਹਨਤ ਕਰਨ ਨੂੰ ਤਿਆਰ ਹੈ। क्योंकि जाके मन विश्वास है जो नाम प्रेम से लेत, नारायण जे साहिब गुण एक मांगे लख देत।
ਸੰਤ ਨਰੈਣ ਸੁਆਮੀ ਕਹਿੰਦੇ ਮੇਰੇ ਮਾਲਿਕ ਦਾ, ਮੇਰੇ ਪ੍ਰਮਾਤਮਾ ਦਾ, ਸਾਹਿਬ ਦਾ ਇੱਕ ਗੁਣ ਹੈ ਕਿ ਅਗਰ ਤੇਰੇ ਅੰਦਰ ਪਿਆਰ ਹੈ, ਤੇਰੇ ਅੰਦਰ ਵਿਸ਼ਵਾਸ ਹੈ ਨਾ, ਤੂੰ ਇੱਕ ਮੰਗੇਗਾ ਤੈਨੂੰ ਲੱਖਾਂ ਹੀ ਦੇਏਗਾ। ਜਦੋਂ ਅਸੀਂ ਇੱਥੇ ਇੱਕ ਗੱਲ ਯਾਦ ਆ ਗਈ, ਸਾਨੂੰ ਬੜੀ ਪਿਆਰੀ ਕਹਾਣੀ ਲੱਗਦੀ ਹੈ ਕਿ ਜਦੋਂ ਰੱਬ ਦੀਆਂ ਰਹਿਮਤਾਂ ਦੀ ਗੱਲ ਹੁੰਦੀ ਨਾ, ਉਹ ਕਹਾਣੀ ਹੈ ਕਿ ਇੱਕ ਵਾਰ ਇੱਕ ਗਰੀਬ ਜਿਹਾ ਬੰਦਾ ਸੀ, ਇੱਕ ਗਾਉਂ 'ਚ ਰਹਿੰਦਾ। ਉਹਦੀ ਘਰ ਵਾਲੀ ਬਿਮਾਰ ਹੋ ਗਈ। ਘਰ ਵਾਲੀ ਦੀ ਤਬੀਅਤ ਇੰਨੀ ਵਿਗੜ ਗਈ ਕਿ ਉਹ ਵੈਦ ਦੇ ਕੋਲ ਗਿਆ, ਜੋ ਉਸ ਨਗਰ ਦਾ ਸਭ ਤੋਂ ਫੇਮਸ ਮਸ਼ਹੂਰ ਵੈਦ ਸੀ। ਵੈਦ ਨੂੰ ਜਾ ਕੇ ਸਾਰੀ ਪ੍ਰੋਬਲਮ ਦੱਸੀ ਤਾਂ ਵੈਦ ਨੇ ਕਿਹਾ, ਭਾਈ ਤੇਰੀ ਘਰ ਵਾਲੀ ਨੂੰ ਇੱਕ ਪ੍ਰੋਬਲਮ, ਬਹੁਤ ਬੜੀ ਬਿਮਾਰੀ ਹੈ, ਇਹਦੀ ਦਵਾਈ ਤਿਆਰ ਕਰਨੀ ਪੈਣੀ ਹੈ। ਸੋ ਸਾਰਾ ਸਮਾਨ ਮੇਰੇ ਕੋਲ ਹੈ, ਪਰ ਮੇਰੇ ਕੋਲ ਸ਼ਹਿਦ ਹੈ ਨਹੀਂ। ਜਾਂ ਆ ਕਟੋਰੀ ਲੈ ਜਾ ਕਿਤੇ, ਉਹ ਸ਼ਹਿਦ ਲੈ ਕੇ ਆ ਤਾਂ ਕਿ ਦਵਾਈ ਤਿਆਰ ਕਰਕੇ ਦੇਵਾਂ, ਜਿਹਦੇ ਨਾਲ ਤੇਰੀ ਘਰ ਵਾਲੀ ਠੀਕ ਹੋ ਜਾਏਗੀ। ਹੁਣ ਉਹਨੇ ਕਟੋਰੀ ਲਈ, ਆਦਮੀ ਨੇ, ਗਰੀਬ ਆਦਮੀ ਸੀ, ਘਰ 'ਚ ਤਾਂ ਉਹਦੇ ਸ਼ਹਿਦ ਹੈ ਨਹੀਂ ਸੀ, ਵੈਦ ਕੋ ਵੀ ਹੈ ਨਹੀਂ ਸੀ। ਵੈਦ ਨੇ ਭੇਜਿਆ ਕਿ ਬਾਕੀ ਸਮਾਨ ਹੈ, ਸ਼ਹਿਦ ਚਾਹੀਦਾ ਦਵਾਈ 'ਚ ਮਿਲਾਉਣ ਵਾਸਤੇ, ਲੈ ਕੇ ਆ। ਹੁਣ ਉਹ ਆਦਮੀ ਕਟੋਰੀ ਲੈ ਕੇ ਚਲਾ ਗਿਆ ਔਰ ਘਰ ਘਰ ਜਾ ਕੇ ਕਹਿੰਦਾ ਹੈ ਸ਼ਹਿਦ ਦੇ ਦਿਓ। ਤਾਂ ਕਈ ਕਹਿੰਦੇ ਭਾਈ ਹੈ ਨਹੀਂ, ਤਾਂ ਕਈਆਂ ਕੋ ਹੈ, ਉਹ ਕਹਿੰਦੇ ਤੈਨੂੰ ਕਿਉਂ ਦਈਏ, ਤੂੰ ਸਾਡਾ ਕੀ ਲੱਗਦਾ ਹੈ, ਕੋਈ ਮੁਫਤ ਵਿੱਚ ਵੰਡਣ ਨੂੰ ਥੋੜੀ ਬੈਠੇ ਆ ਅਸੀਂ। ਹੁਣ ਕਈ ਵਾਰ ਬੰਦੇ ਕੋਲ ਚੀਜ਼ ਹੁੰਦੀ, ਬੰਦਾ ਫਿਰ ਵੀ ਦਿੰਦਾ ਨਹੀਂ ਹੈ, ਕਿਉਂਕਿ ਬੰਦੇ ਦਾ ਦਿਲ ਬੜਾ ਕਠੋਰ ਜਿਹਾ ਹੈ। ਹੁਣ ਇਸ ਲਈ ਕਈਆਂ ਘਰਾਂ ਤੋਂ ਮੰਗਿਆ ਤਾਂ ਉਹਨਾਂ ਕਿਸੇ ਨੇ ਨਹੀਂ ਦਿੱਤਾ। ਆਖਰ ਬੜਾ ਦੁਖੀ ਹੋ ਗਿਆ ਕਿ ਅਗਰ ਸ਼ਹਿਦ ਨਾ ਮਿਲਿਆ, ਦਵਾਈ ਨਾ ਦਿੱਤੀ, ਮੇਰੀ ਘਰ ਵਾਲੀ ਦੀ ਜਾਨ ਚਲੀ ਜਾਣੀ ਹੈ। ਇਸ ਲਈ ਹੁਣ ਪੂਰਾ ਨਗਰ ਘੁੰਮ ਲਿਆ, ਕਿਸੇ ਨੇ ਸ਼ਹਿਦ ਦਿੱਤਾ ਨਹੀਂ। ਤਾਂ ਫਿਰ ਮਨ 'ਚ ਆਇਆ ਕਿ ਨਗਰ ਦਾ ਜਿਹੜਾ ਰਾਜਾ ਆ, ਰਾਜਿਆਂ ਦੇ ਘਰ 'ਚ ਤਾਂ ਸਭ ਕੁਝ ਹੁੰਦਾ, ਚਲੋ ਉਹਦੇ ਕੋਲ ਹੀ ਲੈ ਲਈਏ। ਕਹਿੰਦੇ ਆ ਪਹੁੰਚ ਗਿਆ ਰਾਜ ਦੇ ਮਹਿਲ ਦੇ ਦਰਵਾਜ਼ੇ ਤੇ, ਅੱਗੇ ਸੈਨਿਕ ਖੜੇ ਆ, ਦੁਆਰਪਾਲ। ਉਹਨਾਂ ਨੇ ਜਦੋਂ ਦੇਖਿਆ ਕੋਈ ਗਰੀਬ ਜਿਹਾ ਬੰਦਾ ਕਟੋਰੀ ਹਾਥੀ ਫੜੀ ਆ ਰਿਹਾ, ਉਹਨਾਂ ਨੇ ਕਿਹਾ ਭਿਖਾਰੀ ਲੱਗਦਾ ਜਿਹੜਾ ਮੰਗਣ ਆਇਆ। ਤਾਂ ਸੈਨਿਕਾਂ ਦੇ ਕੋਲ ਜਦੋਂ ਆਇਆ, ਸੈਨਿਕਾਂ ਨੇ ਪੁੱਛਿਆ, ਹਾਂ ਵੀ ਕੌਣ ਹੈ ਤੂੰ, ਕੀ ਕਰਨ ਆਇਆ ਹੈ? ਉਹ ਕਹਿੰਦਾ ਦੇਖੋ ਮੇਰੀ ਪਤਨੀ ਬੜੀ ਬਿਮਾਰ ਹੈ ਔਰ ਮੈਂ ਵੈਦ ਜੀ ਕੋਲ ਗਿਆ ਸੀ, ਵੈਦ ਜੀ ਕਹਿੰਦੇ ਦਵਾਈ ਤਿਆਰ ਕਰਨੀ, ਥੋੜਾ ਜਿਹਾ ਸ਼ਹਿਦ ਲੈ ਕੇ ਕਟੋਰੀ। ਸੋ ਮੈਂ ਪੂਰੇ ਨਗਰ 'ਚ ਘੁੰਮ ਲਿਆ, ਸ਼ਹਿਦ ਨਹੀਂ ਮਿਲਿਆ। ਮੈਂ ਸੋਚਿਆ ਰਾਜ ਦੇ ਮਹਿਲਾਂ 'ਚ ਤਾਂ ਸਾਰੇ 36 ਪ੍ਰਕਾਰ ਦੇ ਪਕਵਾਨ ਹੁੰਦੇ ਆ, ਸਭ ਕੁਝ ਹੁੰਦਾ ਹੈ, ਤਾਂ ਰਾਜ ਦੇ ਘਰ 'ਚ ਮਹਿਲ ਜ਼ਰੂਰ ਹੋਏਗਾ, ਸ਼ਹਿਦ ਜ਼ਰੂਰ ਹੋਏਗਾ, ਇਸ ਲਈ ਮੈਨੂੰ ਚਾਹੀਦਾ ਹੈ। ਤਾਂ ਸੈਨ ਕਰੇਗਾ, ਚਲੋ ਤੇਰੇ ਵਰਗੇ ਭਿਖਾਰੀ ਨੂੰ ਇੱਥੇ ਰਾਜਾ ਸ਼ਹਿਦ ਦੇਵੇ, ਚੱਲ ਦੌੜ ਇੱਥੋਂ। ਕੁਦਰਤ ਰੱਬ ਦੀ, ਜਦੋਂ ਸੈਨਿਕ ਉਹਨੂੰ ਦਬਕਾ ਮਾਰ ਰਹੇ ਸੀ ਨਾ, ਉਧਰੋਂ ਰਾਜਾ ਸੈਰ ਕਰਨ ਵਾਸਤੇ ਆ ਗਿਆ। ਜਦੋਂ ਰਾਜੇ ਦੀ ਦੂਰੋਂ ਹੀ ਨਜ਼ਰ ਪਈ ਕਿ ਦਰਵਾਜ਼ੇ ਤੇ ਖੜੇ ਕੁਝ ਸੈਨਿਕ ਇੱਕ ਆਦਮੀ ਨੂੰ ਝੜਕਾ ਮਾਰ ਕੇ ਧੱਕੇ ਦੇ ਰਹੇ ਆ, ਤਾਂ ਰਾਜੇ ਨੇ ਪੁੱਛਿਆ, ਰੁਕੋ, ਕੀ ਗੱਲ ਹੋ ਗਈ, ਇਹ ਕੌਣ ਹੈ, ਇਹ ਕਿਉਂ ਤੁਸੀਂ ਇਹਨੂੰ ਧੱਕੇ ਮਾਰ ਰਹੇ ਹੋ? ਤਾਂ ਉਸ ਵੇਲੇ ਸੈਨਿਕਾਂ ਨੇ ਕਿਹਾ, ਮਹਾਰਾਜ ਦੇਖੋ ਇਹ ਸ਼ਹਿਦ ਮੰਗਣ ਆਇਆ ਹੈ, ਇੱਕ ਕਟੋਰੀ ਸ਼ਹਿਦ ਚਾਹੀਦੀ ਹੈ ਮੈਨੂੰ। ਰਾਜੇ ਨੇ ਕਿਹਾ ਸ਼ਹਿਦ, ਬੁਲਾਇਆ ਉਹਨੂੰ ਇੱਧਰ ਆ ਤੂੰ। ਉਹ ਆਦਮੀ ਆਇਆ, ਆ ਕੇ ਹੱਥ ਜੋੜੇ ਕਹਿੰਦਾ, ਮਹਾਰਾਜ ਮੈਂ ਬੜੀ ਮਜਬੂਰੀ 'ਚ ਤੁਹਾਡੇ ਕੋਲ ਆਇਆ ਹਾਂ, ਮੇਰੀ ਪਤਨੀ ਬਹੁਤ ਬਿਮਾਰ ਹੈ ਔਰ ਵੈਦ ਨੇ ਕਿਹਾ ਕਿ ਇਹਦੀ ਦਵਾਈ ਵਾਸਤੇ ਸ਼ਹਿਦ ਜ਼ਰੂਰੀ ਹੈ, ਫਿਰ ਦਵਾਈ ਤਿਆਰ ਹੋਣੀ ਜਿਹਦੇ ਨਾਲ ਇਹਦੀ ਜਾਨ ਬਚ ਸਕਦੀ ਹੈ। ਪੂਰੇ ਨਗਰ 'ਚ ਘੁੰਮ ਲਿਆ, ਕਿਤੇ ਸ਼ਹਿਦ ਨਹੀਂ ਮਿਲਿਆ। ਸੋ ਮੈਂ ਸੋਚਿਆ ਮਹਾਰਾਜ ਬਾਦਸ਼ਾਹਾਂ ਦੇ ਕੋਲ ਤਾਂ ਸਭ ਕੁਝ ਹੁੰਦਾ ਹੈ, ਸੋ ਮਹਾਰਾਜ ਇੱਕ ਕਟੋਰੀ ਸ਼ਹਿਦ ਚਾਹੀਦਾ ਮੈਨੂੰ, ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਕੋਈ ਪੈਸਾ ਨਹੀਂ ਚਾਹੀਦਾ, ਕੋਈ ਮੰਗ ਨਹੀਂ ਹੈ, ਬਸ ਉਹ ਵੀ ਆਪਣੀ ਪਤਨੀ ਦੀ ਜਾਨ ਬਚਾਉਣ ਦੀ ਖਾਤਰ, ਨਹੀਂ ਤਾਂ ਮੈਂ ਕਦੀ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਸੀ। ਰਾਜੇ ਨੂੰ ਤਰਸ ਆਇਆ, ਰਾਜੇ ਦੇ ਨਾਲ ਹੀ ਉਹਦਾ ਮੰਤਰੀ ਸੀ। ਰਾਜਾ ਕਹਿੰਦਾ, ਮੰਤਰੀ ਇਹਨੂੰ ਕਟੋਰੀ ਸ਼ਹਿਦ ਚਾਹੀਦਾ, ਏਦਾਂ ਕਰੋ ਇਹਨੂੰ 7 ਘੜੇ ਸ਼ਹਿਦ ਦੇ ਦਿਓ। ਕਿੰਨੇ? 7 ਘੜੇ। ਕਿੱਥੇ ਨਿੱਕੀ ਜਿਹੀ ਕਟੋਰੀ, ਤਾਂ ਕਿੱਥੇ ਘੜੇ, ਜਰਾ ਸਮਝਣਾ। ਉਹ ਆਦਮੀ ਵੀ ਹੈਰਾਨ ਹੋ ਗਿਆ, ਮੈਂ ਤਾਂ ਕਟੋਰੀ ਮੰਗੀ ਸੀ, ਔਰ ਵਜ਼ੀਰ ਵੀ ਹੈਰਾਨ ਹੋ ਗਿਆ, ਮੰਤਰੀ ਕਹਿੰਦਾ ਕਮਾਲ ਦੀ ਗੱਲ, ਉਹਨੂੰ ਇੱਕ ਕਟੋਰੀ ਚਾਹੀਦੀ ਥੋੜਾ ਜਿਹਾ, ਔਰ ਇਹ ਕਹਿੰਦੇ 7 ਘੜੇ ਦੇ ਦੇ। ਤਾਂ ਮੰਤਰੀ ਨੇ ਕਿਹਾ, ਮਹਾਰਾਜ ਬਾਦਸ਼ਾਹ ਸਲਾਮਤ, ਕੀ ਕਹਿ ਰਹੇ ਹੋ, ਇਹਨੂੰ ਤਾਂ ਇੱਕ ਕਟੋਰੀ ਚਾਹੀਦੀ ਹੈ। ਉਹ ਕਹਿੰਦੇ ਹਾਂ ਸਾਨੂੰ ਪਤਾ ਉਹਨੂੰ ਕਟੋਰੀ ਚਾਹੀਦੀ ਹੈ, ਪਰ ਇਹ ਸਾਡੀ ਮੌਜ ਹੈ, ਇਹਨੂੰ 7 ਘੜੇ ਦਿਓ। ਉਹ ਕਹਿੰਦੇ ਮਹਾਰਾਜ ਇੰਨਾ ਸ਼ਹਿਦ ਦੇਣ ਦੀ ਕੀ ਲੋੜ ਹੈ? ਤਾਂ ਉਸ ਵੇਲੇ ਰਾਜਾ ਕਹਿੰਦਾ, ਲੋੜ ਹੈ, ਕਿਉਂਕਿ ਇਹ ਮੰਗ ਰਿਹਾ ਆਪਣੀ ਹਸੀਅਤ ਦੇ ਹਿਸਾਬ ਨਾਲ, ਪਰ ਮੈਂ ਦੇ ਰਿਹਾ ਹਾਂ ਆਪਣੀ ਹਸੀਅਤ ਦੇ ਹਿਸਾਬ ਨਾਲ। ਕਿਉਂਕਿ ਜੇ ਰਾਜੇ ਦੇ ਘਰੋਂ ਇੱਕ ਕਟੋਰੀ ਲੈ ਕੇ ਜਾਵੇ ਤਾਂ ਰਾਜੇ ਨੂੰ ਸ਼ਰਮ ਆਉਂਦੀ, ਕਟੋਰੀ ਦੇਣ ਲੱਗੇ। ਕਮ ਸੇ ਕਮ ਹੁਣ ਜਦੋਂ ਜਾ ਕੇ ਦੱਸੇਗਾ ਮੰਗਣ ਕਟੋਰੀ ਗਿਆ ਸੀ ਪਰ ਮਿਲੇ 7 ਘੜੇ, ਤਾਂ ਮੇਰੀ ਸਿਫਤ ਹੋਏਗੀ ਕਿ ਇਹ ਹੁੰਦਾ ਬਾਦਸ਼ਾਹ ਦਾ ਦਰ, ਜਿੱਥੋਂ ਮੰਗੋ ਇੰਨਾ ਤਾਂ ਮਿਲਦਾ ਇੰਨਾ ਆ। ਤਾਂ ਜੇ ਦੁਨੀਆ ਦਾ ਬਾਦਸ਼ਾਹ ਇੱਕ ਕਟੋਰੀ ਦੇ ਬਦਲੇ 7 ਘੜੇ ਦੇ ਸਕਦਾ, ਤਾਂ ਇਸ ਸੰਸਾਰ ਦਾ, ਇਹ ਪੂਰੇ ਬ੍ਰਹਿਮੰਡ ਦਾ ਉਹ ਪ੍ਰਮਾਤਮਾ ਬਾਦਸ਼ਾਹ ਹੈ, ਉਹਦੇ ਕੋਲੋਂ ਮੰਗੋ ਤਾਂ ਉਹ ਕੀ ਨਹੀਂ ਦੇ ਸਕਦਾ, ਜਰਾ ਸੋਚੋ। ਇਸ ਲਈ ਸੰਤ ਨਰੈਣ ਸੁਆਮੀ ਨੇ ਕਿਹਾ ਕਿ ਨਾਰਾਇਣ ਜੇ ਸਾਹਿਬ ਗੁਣ, ਇੱਕ ਮੰਗੇ ਲੱਖ ਦੇ। ਤੂੰ ਇੱਕ ਮੰਗੇਗਾ ਵਿਸ਼ਵਾਸ ਦੇ ਨਾਲ, ਯਕੀਨ ਦੇ ਨਾਲ, ਉਹ ਲੱਖਾਂ ਹੀ ਦੇਗਾ। ਤੇਰੀ ਝੋਲੀ ਖੁਸ਼ੀਆਂ ਨਾਲ ਯੋਧਾ ਬਣੋ, ਯੋਧਾ। ਐਵੇਂ ਡਰਦੇ ਨਾ ਫਿਰ ਉਹ ਮੱਖੀਆਂ ਮੱਛਰਾਂ ਤੋਂ। ਹੁਣ ਇਹ ਯੋਧਾ ਬਣਾਣਾ, ਹੁਣ ਤੁਸੀਂ ਡਰੀ ਜਾਂਦੇ ਪਤਾ ਨਹੀਂ ਕੀ ਆ ਗਿਆ ਇੱਥੇ। ਉਹ ਯੋਧਾ ਬਣੋ, ਸਮਝਦੇ ਹੋ ਕਿ ਨਹੀਂ? ਜਾਂ ਮਾੜੀਆਂ ਮੋਟੀਆਂ ਕਿਰਲੀਆਂ ਕੁਰਲੀਆਂ ਤੋਂ ਡਰ ਗਏ ਤਾਂ ਫਿਰ ਅਸੀਂ ਦੁੱਖਾਂ ਦਾ ਸਾਹਮਣਾ ਕੀ ਕਰਾਂਗੇ?
ਉਹ ਨੱਥੂ ਲਾਲ ਦੀ ਗੱਲ ਸੁਣੀ ਹੈ ਕਿ ਨਹੀਂ? ਸਮਝਦੇ ਹੋ? ਆਪਣੀ ਘਰ ਵਾਲੀ ਨੂੰ ਕਹਿੰਦਾ ਜਰਾ ਮੇਰਾ ਸਮਾਨ ਕੱਢ ਦੇ, ਬੂਟ ਬਾਟ ਕੱਢ ਦੇ, ਕੱਪੜੇ ਕੱਢ ਦੇ, ਸ਼ੇਰ ਦਾ ਸ਼ਿਕਾਰ ਕਰਨ ਜਾਣਾ ਜੰਗਲ 'ਚ ਮੈਂ। ਘਰ ਵਾਲੀ ਕਹਿੰਦੀ ਸ਼ੇਰ ਦਾ ਸ਼ਿਕਾਰ ਤੁਸੀਂ ਕਰ ਲਓਗੇ? ਕਹਿੰਦਾ ਲੈ ਅੱਜ ਮੂਡ ਆਇਆ, ਮੂਡ ਬਣਿਆ, ਸ਼ੇਰ ਦਾ ਸ਼ਿਕਾਰ ਕਰਨਾ ਹੀ ਕਰਨਾ ਹੈ। ਘਰ ਵਾਲੀ ਨੇ ਬੰਦੂਕ ਦੇ ਦਿੱਤੀ, ਦੁਨਾਲੀ, ਬੂਟ ਕੱਢ ਦਿੱਤੇ ਲੰਬੇ ਲੰਬੇ ਗੋਡਿਆਂ ਤੱਕ, ਕੱਪੜੇ ਪਾ ਲਏ, ਹੈਟ ਰੱਖ ਲਈ ਸ਼ਿਕਾਰੀਆਂ ਵਾਲੀ। ਹੁਣ ਕਹਿੰਦੀ ਟਾਈਮ ਨਾਲ ਘਰ ਨੂੰ ਆ ਜਾਇਓ, ਸ਼ਾਮ ਨੂੰ ਖਾਣਾ ਵੀ ਖਾਣ ਦੇ ਟਾਈਮ ਆ ਜਾਇਓ। ਕਹਿੰਦਾ ਫਿਕਰ ਨਾ ਕਰ, ਗਿਆ ਸ਼ੇਰ ਨੂੰ ਮਾਰ ਕੇ ਹੁਣੇ ਹੀ ਆਇਆ। ਹੁਣ ਕਹਿੰਦੇ ਐਨ ਬੰਦੂਕ ਬੰਦਾਕ ਲੈ ਕੇ ਗਿਆ। ਘਰ ਵਾਲੀ ਅੰਦਰ ਝਾੜੂ ਝੂੜੂ ਲਾਉਣ ਲੱਗ ਪਈ। ਅੱਧਾ ਪੌਣਾ ਘੰਟਾ ਲਾਇਆ। ਘਰ ਵਾਲੀ ਨੇ ਝਾੜੂ ਝੂੜੂ ਲਾ ਕੇ ਕੂੜਾ ਇਕੱਠਾ ਕੀਤਾ। ਸੋਚਿਆ ਘਰ ਦੇ ਬਾਹਰ ਨਾ ਉੱਥੇ ਸੁੱਟਿਆ ਮਾ ਕੂੜਾ। ਜਦੋਂ ਕੂੜਾ ਲੈ ਕੇ ਦਰਵਾਜ਼ਾ ਖੋਲ ਕੇ ਬਾਹਰ ਦੇਖਿਆ ਨੱਥੂ ਲਾਲ ਗੇਟ 'ਚ ਹੀ ਖੜਾ। ਉਹ ਕਹਿੰਦੀ ਤੁਹਾਨੂੰ ਤਾਂ 40-45 ਮਿੰਟ ਹੋ ਗਏ, ਤੁਸੀਂ ਗਏ ਨਹੀਂ ਸ਼ੇਰ ਨੂੰ ਮਾਰਨ, ਇੱਥੇ ਖੜੇ ਕੀ ਕਰਦੇ ਹੋ? ਉਹ ਕਹਿੰਦਾ ਨਹੀਂ, ਗੁਆਂਢੀਆਂ ਦਾ ਕੁੱਤਾ ਗਲੀ 'ਚ ਖੜਾ, ਉਹ ਹਟ ਜਾਵੇ ਫਿਰ ਮੈਂ ਜਾਵਾਂ। ਗਈ ਜਾ ਕੇ ਕੰਨੋਂ ਫੜ ਕੇ ਅੰਦਰ ਲਿਆਂਦਾ। ਕਹਿੰਦੀ ਆ ਜਾਓ, ਕਰਨਾ ਤੁਸੀਂ ਸ਼ੇਰ ਦਾ ਸ਼ਿਕਾਰ। ਆ ਕੁੱਤੇ ਤੋਂ ਡਰਦੇ ਤਾਂ ਸ਼ੇਰ ਮਾਰਨਾ ਤੁਸੀਂ। ਹੁਣ ਕਈ ਨਾ ਗੱਲਾਂ 'ਚ ਸ਼ੇਰ ਮਾਰ ਦਿੰਦੇ ਐ, ਪਰ ਡਰਦੇ ਕੀ ਆ ਗਿਆ ਸੀ ਇੱਥੇ? ਕੀ ਸੀਗਾ? ਸ਼ੇਰ ਸੀ ਕੋਈ? ਕਮਾਲ ਦੀ ਗੱਲ ਆ। ਹੁਣੀ ਕਹਿ ਕੇ ਹਟੇ ਆ, ਉਹ ਬੱਚੇ ਨਹੀਂ, ਯੋਧਾ ਚਾਹੀਦੇ ਆ ਸਾਨੂੰ। ਸਮਝਦੇ ਹੋ ਕਿ ਨਹੀਂ? ਔਰ ਯੋਧਾ ਤਾਂ ਉਹ ਹੁੰਦੇ ਜਿਹੜੇ ਕਿਸੇ ਚੀਜ਼ ਤੋਂ ਡਰਦੇ ਨਹੀਂ ਹੈ, ਨਿਡਰ ਹੋ ਕੇ ਜ਼ਿੰਦਗੀ ਜੀਂਦੇ ਹੈ। ਸਮਝਦੇ ਹੋ ਕਿ ਨਹੀਂ? ਸੋ ਕਹਿ ਦਿਓ ਮੈਂ ਇੱਕ ਯੋਧਾ ਹਾਂ ਕਿ ਨਹੀਂ? ਕਹਿ ਦਿਓ ਹੂੰ। ਸਮਝਦੇ ਹੋ ਕਿ ਨਹੀਂ? ਔਰ ਸ਼ਕਤੀ ਨੂੰ ਫੀਲ ਕਰੋ ਆਪਣੇ ਅੰਦਰ ਕਿ ਮੈਂ ਆਪਣੇ ਮਾਲਿਕ ਦੀ, ਆਪਣੇ ਪਿਤਾ ਦੀ ਇੱਕ ਸ਼ਕਤੀਸ਼ਾਲੀ ਸੰਤਾਨ ਹਾਂ। ਜੇ ਮੇਰਾ ਬਾਪ ਸ਼ਕਤੀਸ਼ਾਲੀ ਹੈ ਤਾਂ ਮੈਂ ਵੀ ਉਹਦਾ ਬੱਚਾ। ਮੈਂ ਕਮਜ਼ੋਰ ਨਹੀਂ ਹਾਂ, ਮੈਂ ਸ਼ਕਤੀਸ਼ਾਲੀ, ਮੈਂ ਸ਼ਕਤੀਸ਼ਾਲੀ, ਮੈਂ ਸ਼ਕਤੀਸ਼ਾਲੀ। ਔਰ ਸ਼ਕਤੀ ਨੂੰ ਫੀਲ ਵੀ ਕਰੋ ਜਰਾ ਆਪਣੇ ਅੰਦਰ। ਕੀਤਾ ਕਿ ਨਹੀਂ? ਇਸ ਲਈ ਫਿਰ ਕਹਾਂਗੇ ਇਹ ਨਾ ਦੇਖੋ ਅੱਜ ਕੀ ਹੈ, ਇਹ ਦੇਖੋ ਤੁਸੀਂ ਕੀ ਹੋ ਸਕਦੇ ਹੋ। ਇਹ ਨਾ ਦੇਖੋ ਅੱਜ ਇਹ ਛੋਟਾ ਜਿਹਾ ਬੀਜ ਹੈ, ਇਹ ਦੇਖੋ ਕੱਲ ਨੂੰ ਇਹ ਬੀਜ ਕਿੱਡਾ ਵੱਡਾ ਬ੍ਰਿਕਸ਼ ਬਣ ਸਕਦਾ ਹੈ। ਔਰ ਇੱਥੇ ਕਿੰਨੇ ਫਲ ਲੱਗ ਸਕਦੇ ਆ, ਕਿੰਨੇ ਇਹਦੀ ਛਾਂ ਥੱਲੇ ਬਹਿ ਕੇ ਇਹਦੀ ਠੰਡੀ ਹਵਾ ਦਾ ਆਨੰਦ ਲੈ ਸਕਦੇ ਆ। ਅੱਜ ਦੇਖੋ ਕਿ ਛੋਟਾ ਜਿਹਾ ਬੀਜ ਹੈ, ਪਰ ਕੱਲ ਨੂੰ ਦੇਖੋ ਕੀ ਹੋ ਸਕਦਾ ਹੈ। ਇਸੇ ਤਰ੍ਹਾਂ ਆਪਣੇ ਆਪ ਨੂੰ ਦੇਖੋ ਕਿ ਅੱਜ ਮੈਂ ਬੇਸ਼ੱਕ ਇੱਥੇ ਬੈਠਾ ਹਾਂ, ਪਰ ਮੈਨੂੰ ਯਕੀਨ ਹੈ ਜੇ ਮੇਰਾ ਮਾਲਿਕ ਮੇਰੇ ਨਾਲ ਤੇ ਇੱਕ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਤੇ ਬੈਠੂ, ਜਾ ਕੇ ਇੱਕ ਦਿਨ ਸਫਲਤਾ ਦੀਆਂ ਪੌੜੀਆਂ ਚੜੂਗਾ ਮੈਂ, ਕਿਉਂਕਿ ਸਫਲ ਹੋਣ ਵਾਸਤੇ ਹੀ ਤੁਹਾਨੂੰ ਤੁਹਾਡੇ ਰੱਬ ਨੇ ਬਣਾਇਆ ਹੈ। ਬੋਲੋ ਸਮਝਦੇ ਹੋ? ਸਫਲ ਹੋਣ ਵਾਸਤੇ ਹੀ ਤੁਹਾਨੂੰ ਉਸ ਮਾਲਿਕ ਨੇ ਬਣਾਇਆ ਹੈ। ਇਸ ਲਈ ਸਫਲ ਹੋ ਕੇ ਦਿਖਾਓ ਤਾਂ ਫਿਰ ਮਜ਼ਾ ਆਏਗਾ। समझ आ रही कि नहीं? इसलिए कह दो मैं सफल होने के लिए पैदा, सफल होकर, सफल होकर, सफल होकर, भरोसा है मुझे अपने मालिक पर। मैं अपनी मंजिल, मैं अपनी मंजिल, मैं अपनी मंजिल। सच्ची गल तैयार हो ना? फिर कसो कमर पे ले चलिए कामयाबी तरफ, क्योंकि उठ बांध कमर क्या डरता है, उठ बांध कमर क्यों डरता है, फिर देख खुदा क्या करता है। वो कमर ਨੂੰ कस के कदम ਤਾਂ ਵਧਾਓ, ਰੱਬ ਦੀਆਂ ਰਹਿਮਤਾਂ ਯਕੀਨ ਰੱਖੋ, ਫਿਰ ਦੇਖੋ ਦੀ ਰਹਿਮਤ ਕੀ ਕਰਦੀ ਹੈ। ਕਿਉਂਕਿ ਬੁੱਲਿਆ ਰੱਬ ਤੇ ਰੱਖ ਭਰੋਸਾ, ਨਾ ਫਿਰ ਡਾਮਾ ਡੋਲ, ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ। ਕੀ ਪਤਾ ਤੁਸੀਂ ਭਰੋਸੇ ਨਾਲ ਚੱਲੋਗੇ ਤਾਂ ਜਿੱਥੇ ਬੰਦਾ ਕਹਿੰਦਾ ਰਸਤਾ ਹੀ ਹੈ ਨਹੀਂ, ਉਹ ਦੀਵਾਰਾਂ ਹੀ ਹੈ। ਇੱਕ ਵਾਰ ਭਰੋਸਾ ਕਰਕੇ ਤੁਰੋ, ਦੀਵਾਰਾਂ 'ਚੋਂ ਵੀ ਰਸਤਾ ਮਿਲ ਜਾਏਗਾ। ਜਿੱਥੇ ਰਸਤਾ ਨਹੀਂ ਹੈ ਉੱਥੇ ਵੀ ਰਸਤਾ ਬਣ ਜਾਏਗਾ, ਕਿਉਂਕਿ ਉਹਦੀ ਰਹਿਮਤ ਨਾ ਮੁਮਕਿਨ ਨੂੰ ਮੁਮਕਿਨ ਕਰਦੀ ਹੈ, ਅਸੰਭਵ ਨੂੰ ਸੰਭਵ ਕਰਦੀ ਹੈ। ਕਦੀ ਦੇਖ ਲੈਣਾ, ਸੁਣਿਆ ਕਿ ਨਹੀਂ, ਪੱਥਰਾਂ ਵਿੱਚ ਕੀੜਿਆਂ ਨੂੰ ਵੀ ਮਿਲਦਾ ਕਿ ਨਹੀਂ? ਔਰ ਕਈ ਵਾਰ ਤਾਂ ਹੈਰਾਨ ਹੋ ਜਾਂਦੇ ਹੋ ਲੋਕ, ਜਰਾ ਸਮਝਣਾ ਕਿ ਪੱਥਰ ਤੋੜਦੇ ਐ, ਖੋਲਦੇ ਆ ਤੇ ਵਿੱਚ ਥੋੜਾ ਜਿਹੀ ਜਗ੍ਹਾ ਹੁੰਦੀ ਜਿੱਥੇ ਕੀੜਾ ਬੈਠਾ ਹੁੰਦਾ ਹੈ, ਪਰ ਦੇਖਦੇ ਆ ਨਾ ਉੱਥੇ ਕੋਈ ਛੇਦ ਹੈ, ਨਾ ਹੀ ਉੱਥੇ ਕੋਈ ਸੁਰਾਖ ਹੈ, ਨਾ ਹੀ ਕੁਝ ਹੋਰ ਹੈ। ਹੁਣ ਜਰਾ ਗੌਰ ਕਰੋ, ਕੋਈ ਛੇਦ ਨਹੀਂ, ਕੋਈ ਸੁਰਾਖ ਨਹੀਂ, ਪੱਥਰ ਦੇ ਅੰਦਰ ਜ਼ਿੰਦਗੀ ਹੈ, ਪੱਥਰ ਦੇ ਅੰਦਰ ਕੀੜੇ ਨੂੰ ਜੀਵਨ ਮਿਲ ਰਿਹਾ ਹੈ, ਪੱਥਰ ਅੰਦਰ ਉਹਨੂੰ ਖੁਰਾਕ ਮਿਲ ਰਹੀ ਹੈ। ਤਾਂ ਜਰਾ ਸੋਚੋ, ਜਿਸ ਪੱਥਰ ਦੇ ਅੰਦਰ ਇੰਨਾ ਠੋਸ ਪੱਥਰ ਹੈ, ਕੋਈ ਛੇਦ ਨਹੀਂ ਹੈ, ਕੋਈ ਸੁਰਾਖ ਨਹੀਂ ਹੈ ਰਿਜ਼ਕ ਦੇਣ ਵਾਲਾ, ਉਹ ਉੱਥੇ ਬੈਠੇ ਕੀੜੇ ਨੂੰ ਉਹ ਜੀਵਨ ਦੇ ਰਿਹਾ ਹੈ, ਉੱਥੇ ਬੈਠੇ ਕੀੜੇ ਨੂੰ ਰਿਜ਼ਕ ਦੇ ਰਿਹਾ ਹੈ। ਤਾਂ ਤੁਹਾਡੇ ਵਾਸਤੇ ਚਾਰੋਂ ਪਾਸੇ ਉਹਦੀਆਂ ਰਹਿਮਤਾਂ ਦੇ ਦਰਵਾਜ਼ੇ ਖੁੱਲੇ ਆ, ਤੁਹਾਨੂੰ ਕਿਉਂ ਨਹੀਂ ਖੁਸ਼ੀਆਂ ਦੇਵੇਗਾ? ਤੁਹਾਡੇ ਜੀਵਨ 'ਚ ਕਿਉਂ ਨਹੀਂ ਖੁਸ਼ੀਆਂ ਆਉਣਗੀਆਂ? ਪਰ ਗੱਲ ਇੱਕੋ ਹੀ ਹੈ ਕਿ ਬੰਦਾ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਕਰਦਾ। ਬਸ ਬੰਦਾ ਡਰ ਡਰ ਕੇ ਜ਼ਿੰਦਗੀ ਜੀਂਦਾ, ਮੇਰਾ ਕੀ ਬਣੇਗਾ, ਮੇਰਾ ਕੀ ਹੋਏਗਾ, ਮੇਰੀ ਔਲਾਦ ਦਾ ਕੀ ਹੋਏਗਾ, ਮੇਰੇ ਕੰਮ ਦਾ ਕੀ ਹੋਏਗਾ। ਉਹ ਜਿਹੜੇ ਇਦਾਂ ਦੀ ਚਿੰਤਾ ਕਰਨ ਵਾਲੇ ਉਹ ਸਦਾ ਦੁਖੀ ਰਹਿੰਦੇ ਐ। ਤਾਂ ਜਿਹੜੇ ਆਪਣੇ ਮਾਲਿਕ ਤੇ ਵਿਸ਼ਵਾਸ ਕਰਨ ਵਾਲੇ ਐ, ਉਹ ਕਹਿੰਦੇ ਆ ਜੋ ਹੋਏਗਾ, ਜੋ ਹੁਆ ਅੱਛਾ ਹੁਆ, ਜੋ ਹੋਗਾ, ਕਿਉਂਕਿ ਮੇਰਾ ਮਾਲਿਕ ਮੇਰੇ